ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। देश विदेश ਵਿੱਚ ਅਕਾਲ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਹੀ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਲੰਮੇ ਸਮੇਂ ਤੋਂ ਚਿਰਕੋਣੀ ਮੰਗ ਸੀ, ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਇੱਕ ਤਾਂਘ ਸੀ। ਉਹਦੇ ਨਾਲ ਹੀ ਪਾਕਿਸਤਾਨ ਸਥਿਤ ਵਿਛੜੇ ਹੋਏ ਗੁਰਧਾਮਾਂ ਦੇ ਵਾਸਤੇ ਹਮੇਸ਼ਾ ਹੀ ਸਿੱਖ ਪੰਥ ਅਰਦਾਸ ਕਰਦਾ ਰਿਹਾ ਹੈ। ਸੰਨ 1947 ਦੇ ਵਿੱਚ ਜਦੋਂ ਦੇਸ਼ ਦਾ ਬਟਵਾਰਾ ਹੁੰਦਾ ਹੈ, ਸਾਡੇ ਬਹੁਤ ਸਾਰੇ ਧਾਰਮਿਕ ਅਸਥਾਨ ਵੀ ਵੰਡੇ ਜਾਂਦੇ ਨੇ, ਭਾਵੇਂ ਕਿ ਸਾਡਾ ਇਹ ਪੰਜਾਬ ਵੀ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ, ਚੜ੍ਹਦਾ ਪੰਜਾਬ ਤੇ ਲਹਿੰਦਾ ਪੰਜਾਬ। ਆਖਿਰ ਇੱਕ ਲੰਮਾ ਸਮਾਂ ਜਦੋਂ ਜਹਿਦ ਤੋਂ ਬਾਅਦ ਇੱਕ ਆਸ ਦੀ ਕਿਰਨ ਦਿਸਦੀ ਹੈ ਸਾਲ 2018 ਦੇ ਵਿੱਚ, ਜਦੋਂ ਇਹ ਫੈਸਲਾ ਲਿਆ ਜਾਂਦਾ ਹੈ ਦੋਨਾਂ ਪਾਸੇ ਦੀਆਂ ਸਰਕਾਰਾਂ ਵੱਲੋਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸਮੁੱਚੀਆਂ ਸਿੱਖ ਸੰਗਤਾਂ ਨੂੰ, ਨਾਨਕ ਨਾਮ ਲੇਵਾ ਸੰਗਤਾਂ ਨੂੰ ਜਾਂ ਸਮੁੱਚੇ ਵਿਸ਼ਵ ਦੇ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੂੰ ਇੱਕ ਤੋਹਫਾ ਦਿੱਤਾ ਜਾਏਗਾ ਕਿ ਜਿਸ ਧਾਰਮਿਕ ਅਸਥਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੇ ਵਾਸਤੇ ਡੇਰਾ ਬਾਬਾ ਨਾਨਕ ਸੰਗਤਾਂ ਪਹੁੰਚਦੀਆਂ ਸੀ, ਔਰ ਉੱਥੋਂ ਕੁਝ ਕੁ ਫਰਲਾਂਗ ਦੀ ਦੂਰੀ ਉੱਤੇ ਲੱਗੀ ਹੋਈ ਦੂਰਬੀਨ ਦੇ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਜਾਂਦੇ ਸਨ। ਉਹ ਲੋੜ ਦੂਰਬੀਨ ਦੀ ਖਤਮ ਕਰ ਦਿੱਤੀ ਜਾਏਗੀ ਅਤੇ ਸਿੱਖ ਸੰਗਤਾਂ ਆਪ ਉਸ ਅਸਥਾਨ 'ਤੇ ਜਾ ਕੇ ਨਤਮਸਤਕ ਹੋ ਸਕਣਗੀਆਂ, ਗੁਰੂ ਘਰ ਦੇ ਵਿੱਚ ਜਾ ਕੇ ਸੇਵਾ ਕਰ ਸਕਣਗੀਆਂ ਔਰ ਆਪਣੇ ਸ਼ਰਧਾ ਦੇ ਫੁੱਲ ਭੇਟ ਕਰ ਸਕਣਗੀਆਂ। ਔਰ ਇਹ ਫੈਸਲਾ ਲੈਣ ਤੋਂ ਬਾਅਦ ਇੱਕ ਤਰੀਕ ਮੁਕਰਰ ਕੀਤੀ ਗਈ ਕਿ ਉਦੋਂ ਇਹ ਲਾਂਘਾ ਖੋਲ੍ਹਿਆ ਜਾਵੇਗਾ ਅਤੇ ਅਖੀਰ ਇੱਕ ਲੰਮੇ ਇੰਤਜ਼ਾਰ ਦੇ ਪਿੱਛੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਚਰਨਾਂ ਦੇ ਵਿੱਚ ਅਨੇਕਾਂ ਹੀ ਅਰਦਾਸਾਂ ਤੋਂ ਪਿੱਛੋਂ ਅਰਦਾਸ ਸਫਲ ਹੋਈ ਅਤੇ 9 ਨਵੰਬਰ ਸਾਲ 2019 ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਂਦੇ ਹੋਏ ਇਹ ਲਾਂਘਾ ਸਮੂਹ ਸਿੱਖ ਸੰਗਤਾਂ ਵਾਸਤੇ ਖੋਲ੍ਹ ਦਿੱਤਾ ਗਿਆ, ਜਿੱਥੇ ਵੱਡੀ ਗਿਣਤੀ ਵਿੱਚ ਸਿੱਖ ਸ਼ਰਧਾਲੂ ਉੱਥੇ ਪਹੁੰਚਣਾ ਸ਼ੁਰੂ ਹੋ ਗਏ ਸਨ। ਔਰ ਕੁਝ ਕੁ ਸਮਾਂ ਇਸੇ ਤਰ੍ਹਾਂ ਚੱਲਦਾ ਰਿਹਾ ਔਰ 16 ਮਾਰਚ ਤੋਂ ਇਹ ਲਾਂਘਾ ਮੁੜ ਤੋਂ ਬੰਦ ਕਰ ਦਿੱਤਾ ਗਿਆ ਸੀ, ਕਿਉਂਕਿ ਸਮੁੱਚੇ ਵਿਸ਼ਵ ਦੇ ਵਿੱਚ ਕਰੋਨਾ ਨਾਮ ਦੀ ਮਹਾਂਮਾਰੀ ਨੇ ਆਪਣਾ ਪ੍ਰਕੋਪ ਐਸਾ ਦਿਖਾਇਆ ਕਿ ਵੱਡੀ ਗਿਣਤੀ ਵਿੱਚ ਮਨੁੱਖੀ ਸਰੀਰ ਇਸ ਸੰਸਾਰ ਨੂੰ ਛੱਡ ਕੇ ਜਾਣ ਲੱਗ ਪਏ। ਔਰ ਇਸ ਬਿਮਾਰੀ ਦੇ ਨਾਲ ਜਿਹੜੀ ਹੁਣ ਦੀ ਇਸ ਗਿਣਤੀ ਦੀ ਗੱਲ ਕਰੀਏ ਤਾਂ ਕਰੋੜਾਂ ਲੋਕ ਇਸ ਬਿਮਾਰੀ ਤੋਂ ਪੀੜਤ ਹੋਏ ਅਤੇ ਲੱਖਾਂ ਦੀ ਮੌਤ ਇਸ ਬਿਮਾਰੀ ਦੇ ਕਰਕੇ ਹੋ ਚੁੱਕੀ ਹੈ। ਔਰ ਹਰ ਦੇਸ਼ ਜਾਂ ਇਲਾਕੇ ਦੀਆਂ ਸਰਕਾਰਾਂ ਨੇ ਸਖਤ ਫੈਸਲੇ ਲਏ, ਤਾਲਾਬੰਦੀ ਕੀਤੀ ਗਈ, ਕਰਫਿਊ ਤੱਕ ਲਗਾਏ ਗਏ, ਕਿਸੇ ਵੀ ਤਰ੍ਹਾਂ ਦੇ ਧਾਰਮਿਕ, ਸਮਾਜਿਕ ਜਾਂ ਰਾਜਨੀਤਿਕ ਇਕੱਠ ਉੱਤੇ ਪਾਬੰਦੀ ਲਾਈ ਗਈ। ਔਰ ਇਸ ਦੇ ਅਧੀਨ ਹੀ 16 ਮਾਰਚ 2020 ਤੋਂ ਕਰਤਾਰਪੁਰ ਕੋਰੀਡੋਰ ਨੂੰ ਵੀ ਕੁਝ ਸਮੇਂ ਵਾਸਤੇ, ਅਣਮਿੱਥੇ ਸਮੇਂ ਵਾਸਤੇ ਕਹਿ ਸਕਦੇ ਹਾਂ, ਬੰਦ ਕਰ ਦਿੱਤਾ ਗਿਆ। ਔਰ ਇੱਕ ਲੰਮਾ ਸਮਾਂ ਕਿਉਂਕਿ ਲੋਕ ਆਪੋ ਆਪਣੇ ਘਰਾਂ ਦੇ ਵਿੱਚ ਸੀ, ਸਿਹਤ ਸੁਰੱਖਿਆ ਯਕੀਨੀ ਬਣਾਉਣ ਵਾਸਤੇ ਸਿਹਤ ਵਿਭਾਗ ਅਤੇ ਸਰਕਾਰ ਔਰ ਪ੍ਰਸ਼ਾਸਨ ਲਗਾਤਾਰ ਦਿਸ਼ਾ ਨਿਰਦੇਸ਼ ਦੇ ਰਹੇ ਸਨ। ਸੋ ਇਸ ਤੋਂ ਬਾਅਦ ਜਦੋਂ ਥੋੜ੍ਹੀ ਜਿਹੀ ਜ਼ਿੰਦਗੀ ਆਮ ਵਾਂਗ ਹੋਣ ਲੱਗੀ, ਅਨਲੌਕ ਹੋਣ ਲੱਗਾ ਸਾਰਾ ਸਿਸਟਮ, ਕਰਫਿਊ ਹਟਿਆ ਔਰ ਤਾਲਾਬੰਦੀ ਵੀ ਵੱਖ-ਵੱਖ ਥਾਵਾਂ ਤੋਂ ਹਟਦੀ ਗਈ, ਤਾਂ ਹੌਲੀ-ਹੌਲੀ ਦੇਸ਼ ਭਰ ਦੇ ਵਿੱਚ ਨਹੀਂ ਬਲਕਿ ਦੁਨੀਆ ਭਰ ਦੇ ਵਿੱਚ ਹੀ ਧਾਰਮਿਕ ਅਸਥਾਨਾਂ ਨੂੰ ਖੋਲ੍ਹਣ ਦੀ ਮੁੜ ਤੋਂ ਇਜਾਜ਼ਤ ਦਿੱਤੀ ਜਾ ਰਹੀ ਹੈ। ਤਾਂ ਹਾਲ ਦੇ ਵਿੱਚ 27 ਜੂਨ ਨੂੰ ਪਾਕਿਸਤਾਨ ਹਕੂਮਤ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ 29 ਜੂਨ ਨੂੰ ਕਰਤਾਰਪੁਰ ਕੋਰੀਡੋਰ ਮੁੜ ਤੋਂ ਖੋਲ੍ਹਿਆ ਜਾਵੇਗਾ ਔਰ ਨਾਲ ਦੀ ਨਾਲ ਸਿੱਖ ਯਾਤਰੂਆਂ ਦੀ ਸਿਹਤ ਦਾ ਵੀ ਖਾਸ ਖਿਆਲ ਰੱਖਣ ਦੇ ਵਾਸਤੇ ਉੱਥੇ ਸੈਂਟਰ ਵੀ ਸਥਾਪਿਤ ਕੀਤੇ ਗਏ। ਪਰ 2 ਦਿਨ ਪਹਿਲਾਂ ਇਹ ਐਲਾਨ ਕਰਕੇ 29 ਜੂਨ ਤੋਂ ਗੁਰਦੁਆਰਾ ਸਾਹਿਬ ਦੇ ਵਿੱਚ ਸਥਾਨਕ ਲੋਕ ਇਕੱਤਰ ਹੋਏ, ਅਰਦਾਸ ਕੀਤੀ ਔਰ ਉਹ ਲਾਂਘਾ ਮੁੜ ਤੋਂ ਖੋਲ੍ਹ ਦਿੱਤਾ ਗਿਆ। ਪਰ ਭਾਰਤ ਸਰਕਾਰ ਨੇ ਅਜੇ ਇਸ ਫੈਸਲੇ ਨੂੰ ਮਾਨਤਾ ਨਹੀਂ ਦਿੱਤੀ, ਕਿਉਂਕਿ ਇੱਕ ਜਿਹੜੀ ਇਹਨਾਂ ਦੀ ਆਪਸ ਵਿੱਚ ਸੰਧੀ ਹੋਈ ਸੀ ਵੀ ਕੋਈ ਵੀ ਫੈਸਲਾ ਚਾਹੇ ਪਾਕਿਸਤਾਨ ਹੁਕੂਮਤ ਲੈਂਦੀ ਹੈ ਜਾਂ ਭਾਰਤ ਹੁਕੂਮਤ ਲੈਂਦੀ ਹੈ ਤਾਂ ਦੋਨਾਂ ਦੇਸ਼ਾਂ ਨੂੰ ਭਰੋਸੇ ਵਿੱਚ ਲੈਣ ਦੇ ਵਾਸਤੇ ਇੱਕ ਹਫ਼ਤਾ ਪਹਿਲਾਂ ਇੱਕ ਨੋਟਿਸ ਦਿੱਤਾ ਜਾਏਗਾ ਜਾਂ ਉਹਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਏਗੀ। ਪਰ ਕਿਉਂਕਿ ਕੇਵਲ 2 ਦਿਨ ਦੇ ਨੋਟਿਸ ਤੋਂ ਬਾਅਦ
ਇਹ ਲਾਂਘਾ ਪਾਕਿਸਤਾਨ ਹੁਕੂਮਤ ਵੱਲੋਂ ਖੋਲ੍ਹ ਦਿੱਤਾ ਗਿਆ ਤਾਂ ਕਿਤੇ ਨਾ ਕਿਤੇ ਭਾਰਤ ਸਰਕਾਰ ਦਾ ਰੁਖ ਇਸ ਪ੍ਰਤੀ ਬਹੁਤਾ ਵਧੀਆ ਨਹੀਂ ਰਿਹਾ। ਭਾਵੇਂ ਕਿ ਹਾਲ ਦੇ ਵਿੱਚ ਹੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਇਸ ਲਾਂਘੇ ਨੂੰ ਖੋਲ੍ਹਣ ਵਾਸਤੇ ਕੋਈ ਵੀ ਇਤਰਾਜ਼ ਨਹੀਂ ਜਤਾਇਆ ਗਿਆ ਔਰ ਉਹਨਾਂ ਆਖਿਆ ਕਿ ਜੇਕਰ ਕੇਂਦਰ ਸਰਕਾਰ ਸਾਨੂੰ ਆਦੇਸ਼ ਦਿੰਦੀ ਹੈ ਤਾਂ ਸਾਨੂੰ ਸੂਬਾ ਸਰਕਾਰ ਨੂੰ ਇਸ ਗੱਲ ਤੋਂ ਇਤਰਾਜ਼ ਨਹੀਂ ਹੋਵੇਗਾ। ਸੋ ਦੋਸਤੋ, ਇਸ ਬਾਬਤ ਆਪਾਂ ਗੱਲਬਾਤ ਕਰਾਂਗੇ, ਜ਼ੀਰੋ ਲਾਈਨ ਤੇ ਜਾਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਕਿੰਨਾ ਕੁ ਨੇੜੇ ਜਾ ਸਕਦੇ ਆ ਔਰ ਕਿਹੋ ਜਿਹੇ ਹਾਲਾਤ ਹੈਗੇ ਨੇ, ਉਹਨਾਂ ਨੂੰ ਜਿਹੜੀ ਜ਼ਮੀਨੀ ਹਕੀਕਤ ਹੈਗੀ ਹੈ ਉਹਨੂੰ ਅਸੀਂ ਸਮਝਣ ਦਾ ਯਤਨ ਕਰਾਂਗੇ ਕਿ ਸਿੱਖ ਸ਼ਰਧਾਲੂ ਉੱਥੇ ਪਹੁੰਚ ਰਹੇ ਨੇ ਜਾਂ ਕਿਹੋ ਜਿਹਾ ਮਾਹੌਲ ਇਸ ਵਕਤ ਉੱਥੇ ਹੈਗਾ ਆ। ਉਹ ਸਾਰੀ ਗੱਲਬਾਤ ਆਪਾਂ ਉੱਥੇ ਨਾਲ ਦੀ ਨਾਲ ਜਿਹੜੀ ਹੈ ਉਹ ਤੁਹਾਡੇ ਨਾਲ ਕਰਦੇ ਰਵਾਂਗੇ ਤੇ ਕਿਹੋ ਜਿਹੇ ਹਾਲਾਤ ਨੇ, ਕਿਵੇਂ ਦਾ ਜਿਹੜਾ ਮਾਹੌਲ ਹੈ ਸਰਹੱਦ ਦੇ ਉੱਤੇ ਜਾਂ ਬਾਰਡਰ ਦੇ ਉੱਤੇ, ਉਹ ਸਾਰਾ ਕੁਝ ਜਿਹੜਾ ਅਸੀਂ ਨਾਲ ਦੀ ਨਾਲ ਤੁਹਾਨੂੰ ਵਿਖਾਉਣ ਦਾ ਯਤਨ ਕਰਾਂਗੇ ਕਿਉਂਕਿ 29 ਜੂਨ ਤੋਂ ਇਹ ਲਾਂਘਾ ਖੋਲ੍ਹਿਆ ਗਿਆ ਆ। ਔਰ ਇਸ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰਦੇ ਹਾਂ, ਜਿਵੇਂ ਮੈਂ ਜ਼ਿਕਰ ਕੀਤਾ ਸੀਗਾ ਵੀ 9 ਨਵੰਬਰ ਨੂੰ ਇਹ ਲਾਂਘਾ ਜਿਹੜਾ ਆ ਇਹ ਖੋਲ੍ਹਿਆ ਗਿਆ ਸੀ। ਲਗਭਗ 4.5 ਕਿਲੋਮੀਟਰ ਦਾ ਇਹ ਸਫ਼ਰ ਹੈ ਔਰ ਇਹਦੀ ਜਿਹੜੀ ਸ਼ੁਰੂਆਤ ਜਦੋਂ ਕੀਤੀ ਸੀ ਤਾਂ ਪਾਕਿਸਤਾਨ ਵੱਲੋਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਹਿਲੇ ਜੱਥੇ ਦਾ ਭਰਵਾਂ ਸਵਾਗਤ ਕੀਤਾ ਸੀ ਔਰ ਪਹਿਲੇ 100 ਦਿਨ ਐਸੇ ਸਨ 9 ਨਵੰਬਰ ਤੋਂ ਲੈ ਕੇ 19 ਫਰਵਰੀ ਤੱਕ ਕਿ ਇਸ ਲਾਂਘੇ ਦੇ ਜ਼ਰੀਏ ਲਗਭਗ 50,000 ਤੋਂ ਵੱਧ ਸਿੱਖ ਯਾਤਰੂਆਂ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਸੀ। ਦਸੰਬਰ ਮਹੀਨੇ ਦੀ ਹੀ ਗੱਲ ਕਰਦੇ ਆ ਤੇ ਲਗਭਗ 23,000 ਤੋਂ ਵੱਧ ਸ਼ਰਧਾਲੂ ਕਰਤਾਰਪੁਰ ਸਾਹਿਬ ਵਿਖੇ ਦਰਸ਼ਨ ਕਰਨ ਦੇ ਵਾਸਤੇ ਪਹੁੰਚੇ ਸੀ। ਪਰ ਹੁਣ ਕਿਉਂਕਿ ਮੁੜ ਤੋਂ ਪਾਬੰਦੀ ਵਾਲਾ ਮਾਹੌਲ ਬਣਿਆ ਹੋਇਆ ਹੈ, ਲੋਕਡਾਊਨ ਕਰਕੇ, ਕਰਫਿਊ ਦੇ ਕਰਕੇ ਵੀ, ਤੇ ਉਹਦੇ ਨਾਲ ਦੀ ਨਾਲ ਕਰੋਨਾ ਮਹਾਮਾਰੀ ਦਾ ਡਰ ਵੀ ਜਿਹੜਾ ਆ ਕਿਤੇ ਨਾ ਕਿਤੇ ਲੋਕ ਹਿਰਦਿਆਂ ਦੇ ਵਿੱਚ ਬਣਿਆ ਹੋਇਆ ਆ। ਕਰਤਾਰਪੁਰ ਦਾ ਜਿਹੜਾ ਇਹ ਸਥਾਨ ਹੈ ਉਹ ਹਮੇਸ਼ਾ ਹੀ ਚਰਚਾ ਦੇ ਵਿੱਚ ਰਿਹਾ ਆ। ਸੰਨ 1947 ਦੇ ਵਿੱਚ ਜਦੋਂ ਦੇਸ਼ ਵੰਡਿਆ ਜਾਂਦਾ ਆ ਔਰ 1947 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਰਹਿਤ ਮਰਿਆਦਾ ਦੇ ਵਿੱਚ ਜੋ ਪੰਥ ਦੇ ਵਾਸਤੇ ਸਰਬ ਸਾਂਝੀ ਪ੍ਰਵਾਨਿਤ ਅਰਦਾਸ ਹੈ ਉਹਦੇ ਵਿੱਚ ਇਹ ਪੰਕਤੀ ਸ਼ਾਮਲ ਕਰਦੀ ਹੈ ਕਿ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਔਰ ਇਹ ਅਰਦਾਸ 71 ਸਾਲ ਹੁੰਦੀ ਰਹੀ ਹੈ ਔਰ ਜੇ ਕਹੀਏ ਕਿ ਇਹਦੀ ਜਿਹੜੀ ਸ਼ੁਰੂਆਤ ਹੈ ਉਹ ਫਰਵਰੀ 1999 ਦੇ ਵਿੱਚ ਹੁੰਦੀ ਹੈ ਜਦੋਂ ਇੰਡੀਆ ਦੀ ਫੈਡਰਲ ਸਰਕਾਰ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵੱਲੋਂ ਦਿੱਲੀ ਲਾਹੌਰ ਬੱਸ ਸੇਵਾ ਸ਼ੁਰੂ ਕੀਤੀ ਗਈ ਸੀ। ਤਾਂ ਉਸ ਵੇਲੇ ਪਾਕਿਸਤਾਨ ਜਾਣ ਤੇ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਵਾਸਤੇ ਇੱਕ ਵੀਜ਼ਾ ਰਹਿਤ ਲਾਂਘਾ ਬਣਾਉਣ ਦੀ ਤਜਵੀਜ਼ ਸਾਹਮਣੇ ਆਈ ਸੀ ਔਰ ਸਾਲ 1999 ਤੋਂ ਹੀ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੇ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਵਾਸਤੇ ਇਹ ਲਾਂਘਾ ਬਣਾਉਣ ਵਾਸਤੇ ਡੇਰਾ ਬਾਬਾ ਨਾਨਕ ਵਿਖੇ ਅਰਦਾਸ ਸ਼ੁਰੂ ਕੀਤੀ ਗਈ ਸੀ ਜੋ ਹਰ ਮੱਸਿਆ ਦੇ ਉੱਤੇ ਲਗਾਤਾਰ ਜਿਹੜੀ ਹੁੰਦੀ ਆ ਰਹੀ ਉੱਥੇ। ਸਾਲ 2000 ਦੇ ਵਿੱਚ ਪਾਕਿਸਤਾਨ ਸਰਕਾਰ ਨੇ ਆਪਣੇ ਵੱਲੋਂ ਖੁੱਲ੍ਹੇ ਦਰਸ਼ਨ ਦੀਦਾਰ ਵਾਸਤੇ ਵੀਜ਼ਾ ਰਹਿਤ ਲਾਂਘੇ ਦੀ ਤਜਵੀਜ਼ ਨੂੰ ਪ੍ਰਵਾਨਗੀ ਦੇ ਦਿੱਤੀ ਸੀ ਔਰ ਸਾਲ 2009 ਦੇ ਵਿੱਚ ਅਮਰੀਕਾ ਸਥਿਤ ਇੰਸਟੀਚਿਊਟ ਫਾਰ ਮਲਟੀ ਟਰੈਕ ਡਿਪਲੋਮੈਸੀ ਵੱਲੋਂ ਵੀ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਇੱਕ ਲੇਖਾ ਜਾਰੀ ਕੀਤਾ ਗਿਆ ਸੀ ਔਰ 2010 ਦੇ ਵਿੱਚ ਇਹ ਗੱਲਬਾਤ ਜਾਰੀ ਰਹੀ। ਸਾਲ 2001 ਤੋਂ 2018 ਤੱਕ ਇੰਡੀਅਨ ਫੈਡਰਲ ਸਰਕਾਰ ਇਸ ਅਰਸੇ ਦੌਰਾਨ ਮੁਲਕ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਨੂੰ ਖਤਰਾ ਦੱਸਦੇ ਹੋਇਆਂ ਖੁੱਲ੍ਹੇ ਲਾਂਘੇ ਦੀ ਤਜਵੀਜ਼ ਨੂੰ ਰੱਦ ਕਰਦੀ ਆ ਰਹੀ ਸੀ। ਪਰ ਦੂਸਰੇ ਪਾਸੇ ਪਾਕਿਸਤਾਨ ਸਰਕਾਰ ਦੇ ਫੈਡਰਲ ਵਜ਼ੀਰ ਅਤੇ ਉੱਚ ਅਫਸਰ ਵੱਖ-ਵੱਖ ਸਮੇਂ ਕਰਤਾਰਪੁਰ ਸਾਹਿਬ ਖੁੱਲ੍ਹੇ ਲਾਂਘੇ ਦੀ ਤਜਵੀਜ਼ ਨੂੰ ਲਾਗੂ ਕਰਨ ਦੀ ਸਹਿਮਤੀ ਦਿੰਦੇ ਰਹੇ ਸਨ। ਖੈਰ, ਇੱਕ ਲੰਮੀ ਜਿਹੜੀ ਹੈ ਜੱਦੋ-ਜਹਿਦ ਇਸ ਬਾਬਤ ਚੱਲਦੀ ਰਹੀ ਹੈ ਤੇ ਅਖੀਰ ਇਹ ਲਾਂਘਾ ਜਿਹੜਾ ਆ ਉਹ 9 ਨਵੰਬਰ 2019 ਨੂੰ ਖੁੱਲ੍ਹ ਗਿਆ ਤੇ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਸ਼ਰਧਾਲੂਆਂ ਨੇ ਉੱਥੇ ਜਾਣਾ ਸ਼ੁਰੂ ਕਰ ਦਿੱਤਾ ਸੀ। ਜਿਵੇਂ ਅਸੀਂ ਜ਼ਿਕਰ ਕੀਤਾ ਬਈ ਪਹਿਲੇ ਲਗਭਗ 100 ਦਿਨਾਂ ਦੇ ਵਿੱਚ ਹੀ 50,000 ਤੋਂ ਵੱਧ ਸਿੱਖ ਸ਼ਰਧਾਲੂ ਉਸੇ ਦਰਸ਼ਨ ਕਰਨ ਦੇ ਵਾਸਤੇ ਪਹੁੰਚੇ ਸੀ ਔਰ ਇੱਕ ਸਮੱਸਿਆ ਵਿੱਚ ਜਿਹੜੀ ਆਉਂਦੀ ਰਹੀ ਕਿ ਪਾਸਪੋਰਟ ਦੀ ਸ਼ਰਤ ਹੋਣ ਕਰਕੇ ਵੀ ਜਿਹੜੀ ਇਹ ਗਿਣਤੀ ਘਟ ਰਹੀ ਹੈ। ਪਰ ਜੇ ਇਹ ਪਾਸਪੋਰਟ ਦੀ ਸ਼ਰਤ ਖਤਮ ਹੁੰਦੀ ਹੈ ਤਾਂ ਸ਼ਾਇਦ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਜਿਹੜੇ ਨੇ ਉਹਨਾਂ ਦੀ ਇਹ ਦਿਲੀ ਅਰਦਾਸ ਵੀ ਹੈ, ਦਿਲੀ ਖੁਆਇਸ਼ ਵੀ ਹੈ ਕਿ ਇੱਕ ਵਾਰ ਜਿਉਂਦੇ ਜੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਨਤਮਸਤਕ ਹੋਇਆ ਜਾਵੇ ਜਿੱਥੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੀ ਜ਼ਿੰਦਗੀ ਦਾ ਆਖਰੀ ਸਮਾਂ ਉੱਥੇ ਬਤੀਤ ਕੀਤਾ ਸੀ। ਸੋ ਇਸ ਬਾਰੇ ਹੋਰ ਵੀ ਆਪਾਂ ਚਰਚਾ ਕਰਦੇ ਹਾਂ, ਗਰਾਊਂਡ ਰਿਪੋਰਟ ਤੇ ਚੱਲ ਕੇ, ਜ਼ੀਰੋ ਲਾਈਨ ਤੇ ਚੱਲ ਕੇ ਵੇਖਦੇ ਹਾਂ ਕਿਹੋ ਜਿਹਾ ਮਾਹੌਲ ਹੈ ਉੱਥੇ, ਉੱਥੋਂ ਦੇ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੋ ਜਿਹੀ ਸਥਿਤੀ ਹੈ ਲਾਂਘਾ ਖੁੱਲ੍ਹਣ ਤੋਂ ਪਹਿਲਾਂ ਦੀ
ਜਾਂ ਲਾਂਘਾ ਖੁੱਲ੍ਹਣ ਤੋਂ ਬਾਅਦ ਤੇ ਕੋਵਿਡ-19 ਤੋਂ ਬਾਅਦ ਜਦੋਂ ਇਹ ਸਾਰਾ ਕੁਝ ਫਿਰ ਇੱਕ ਵਾਰੀ ਰੁਕ ਜਿਹਾ ਗਿਆ, ਜ਼ਿੰਦਗੀ ਥੰਮ ਜਿਹੀ ਗਈ, ਉਸ ਤੋਂ ਬਾਅਦ ਦੀ ਸਥਿਤੀ ਜਿਹੜੀ ਹੈ ਕੀ ਹੈਗੀ ਹੈ ਤੇ ਕਿਵੇਂ ਹੁਣ ਸ਼ਰਧਾਲੂ ਜਿਹੜੇ ਨੇ ਕਦੋਂ ਤੋਂ ਇੱਥੇ ਆਉਣਾ ਸ਼ੁਰੂ ਹੋਣਗੇ, ਕਿਉਂਕਿ ਭਾਰਤ ਸਰਕਾਰ ਦੇ ਫੈਸਲੇ ਦੀ ਉਡੀਕ ਹੈ ਔਰ ਉਸ ਤੋਂ ਬਾਅਦ ਸ਼ਾਇਦ ਇੱਥੇ ਰੌਣਕਾਂ ਜਿਹੜੀਆਂ ਨੇ ਪਹਿਲਾਂ ਵਾਂਗ ਪਰਤ ਆਉਣਗੀਆਂ। ਸੋ ਚੱਲਦੇ ਹਾਂ ਜੀ ਕੋਰੀਡੋਰ ਦੇ ਵੱਲ ਤੇ ਗੱਲਬਾਤ ਦਾ ਸਿਲਸਿਲਾ ਨਾਲ ਦੀ ਨਾਲ ਰੱਖਾਂਗੇ ਜਾਰੀ। ਜੁੜੇ ਰਹੋ ਅਕਾਲ ਚੈਨਲ ਦੇ ਨਾਲ। ਸੋ ਅਸੀਂ ਵੇਖ ਸਕਦੇ ਹਾਂ ਇਸ ਵਕਤ ਜਿਹੜਾ ਬਿਲਕੁਲ ਐਂਟਰੀ ਗੇਟ ਹੈਗਾ ਆ, ਜਿੱਥੇ ਇੱਕ ਪਾਸੇ ਟਰਮੀਨਲ ਬਣਿਆ ਹੋਇਆ, ਜਿੱਥੇ ਹਰ ਤਰ੍ਹਾਂ ਦੇ ਦਸਤਾਵੇਜ਼ ਦੀ ਜਾਂਚ ਪੜਤਾਲ ਕੀਤੀ ਜਾਂਦੀ ਸੀ, ਕਿਉਂਕਿ ਜਿਹੜੇ ਡਾਕੂਮੈਂਟਸ ਰਿਕੁਆਇਰਡ ਹੈਗੇ ਸੀ ਇਸ ਵਾਸਤੇ ਜਿਹੜੇ ਸਿੱਖ ਸ਼ਰਧਾਲੂ ਜਾਣਾ ਚਾਹੁੰਦੇ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਵਾਸਤੇ, ਤਾਂ ਜੋ ਉਹਨਾਂ ਦੇ ਦਸਤਾਵੇਜ਼ ਸੀ, ਉਹਨਾਂ ਦੀ ਜੋ ਇਨਕੁਆਇਰੀ ਸੀਗੀ ਉਹ ਸਾਰੀ ਇਸ ਜਗ੍ਹਾ 'ਤੇ ਹੁੰਦੀ ਸੀ। ਤੇ ਅਸੀਂ ਵੇਖ ਸਕਦੇ ਹਾਂ ਬਿਲਕੁਲ ਇਸ ਵਕਤ ਇੱਥੇ ਸੁੰਨਾ ਆ ਸਾਰਾ ਕੁਝ, ਤੇ ਬੈਰੀਗੇਟ ਲੱਗੇ ਹੋਏ ਨੇ, ਰਸਤਾ ਪੂਰੀ ਤਰ੍ਹਾਂ ਇੱਥੋਂ ਬੰਦ ਕੀਤਾ ਹੋਇਆ ਆ ਔਰ ਅੱਗੇ ਜਾਣ ਦੀ ਇਜਾਜ਼ਤ ਜਿਹੜੀ ਹੈ ਉਹ ਨਹੀਂ ਦਿੱਤੀ ਜਾ ਰਹੀ ਕਿਸੇ ਵੀ ਤਰ੍ਹਾਂ ਔਰ ਕਿਸੇ ਵੀ ਵਿਅਕਤੀ ਨੂੰ, ਚਾਹੇ ਉਹ ਨਿੱਜੀ ਤੌਰ 'ਤੇ ਹੋਵੇ ਜਾਂ ਉਹ ਸਿੱਖ ਸ਼ਰਧਾਲੂ ਹੋਵੇ, ਤੇ ਅੱਗੇ ਜਾਣ ਦੀ ਇਜਾਜ਼ਤ ਨਹੀਂ ਹੈਗੀ। ਭਾਵੇਂ ਕਿ ਪਾਕਿਸਤਾਨ ਸਰਕਾਰ ਦੇ ਵੱਲੋਂ ਦੂਜੇ ਪਾਸੇ ਤੋਂ ਜਿਹੜਾ ਲਾਂਘਾ ਆ ਉਹ ਖੋਲ੍ਹਿਆ ਹੋਇਆ ਆ, ਪਰ ਅਜੇ ਇਸ ਪਾਸੇ ਤੋਂ ਜਿਹੜਾ ਆ ਉਹ ਸਪਸ਼ਟ ਤੌਰ 'ਤੇ ਲਾਂਘੇ ਨੂੰ ਖੋਲ੍ਹੇ ਜਾਣ ਦੀ ਜਾਂ ਕਦੋਂ ਖੋਲ੍ਹਿਆ ਜਾਵੇਗਾ, ਉਹਨੂੰ ਹਫ਼ਤਾ ਲੱਗਦਾ ਆ, 2-4 ਦਿਨ ਲੱਗਦੇ ਨੇ, ਕਿੰਨੇ ਦਿਨ ਲੱਗਦੇ ਨੇ, ਇਸ ਬਾਰੇ ਅਜੇ ਕੁਝ ਵੀ ਜਿਹੜਾ ਆ ਉਹ ਸਪਸ਼ਟ ਸਥਿਤੀ ਜਿਹੜੀ ਹੈ ਨਹੀਂ ਹੋ ਸਕੀ। ਸੋ ਅਸੀਂ ਇਸ ਵਕਤ ਦੇਖ ਸਕਦੇ ਹਾਂ ਅਕਾਲ ਚੈਨਲ ਦੇ ਮਾਧਿਅਮ ਦੇ ਰਾਹੀਂ ਕਿ ਉਹ ਜਿਹੜਾ ਪੁਆਇੰਟ ਹੈਗਾ ਆ, ਉਸ ਪੁਆਇੰਟ ਦੇ ਉੱਤੇ ਅਸੀਂ ਹੈਗੇ ਹਾਂ ਜਿੱਥੋਂ ਬਿਲਕੁਲ ਐਂਟਰੀ ਹੁੰਦੀ ਹੈ। ਜਿਹੜਾ ਇਹ ਬ੍ਰਿਜ ਹੈਗਾ ਆ, ਇਹ ਅੱਧਾ ਬ੍ਰਿਜ ਜਿਹੜਾ ਆ ਜੋ ਕਿ ਭਾਰਤ ਦੀ ਸਰਹੱਦ ਵਿੱਚ ਹੈ, ਤੇ ਜਿਹੜਾ ਅੱਧਾ ਪਾਸਾ ਹੈਗਾ ਆ ਉਹ ਪਾਕਿਸਤਾਨ ਦੀ ਸਰਹੱਦ ਦੇ ਵਿੱਚ ਹੈਗਾ ਆ। ਇਹ ਸਾਂਝਾ ਬ੍ਰਿਜ ਜੋ ਸਿੱਖ ਸ਼ਰਧਾਲੂਆਂ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਨਾਲ ਜੋੜਦਾ ਸੀ, ਔਰ ਇਹ ਉਹੀ ਥਾਂ ਹੈ ਜਿੱਥੋਂ ਬਹੁਤ ਲੰਮਾ ਸਮਾਂ ਸਿੱਖ ਸ਼ਰਧਾਲੂ ਦੂਰਬੀਨ ਦੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੇ ਰਹੇ ਨੇ। ਪਰ ਇੱਕ ਲੰਮਾ ਸਮਾਂ ਅਰਦਾਸਾਂ ਤੋਂ ਬਾਅਦ ਅਰਦਾਸਾਂ ਨੂੰ ਬੂਰ ਪਿਆ ਔਰ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਦੇ ਸਾਂਝੇ ਯਤਨਾਂ ਦੇ ਸਦਕਾ ਇਹ ਸੰਭਵ ਹੋ ਸਕਿਆ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਇਹ ਲਾਂਘਾ ਜਿਹੜਾ ਇਹ ਕੋਰੀਡੋਰ ਖੋਲ੍ਹਿਆ ਗਿਆ। ਤੇ ਉਸ ਤੋਂ ਬਾਅਦ ਜਦੋਂ ਅਸੀਂ ਕਰੋਨਾ ਵਾਇਰਸ ਦੇ ਇਸ ਸਮੱਸਿਆ ਦੇ ਰੂਬਰੂ ਹੋਏ ਤਾਂ 16 ਮਾਰਚ ਨੂੰ ਇਹ ਲਾਂਘਾ ਜਿਹੜਾ ਹੈ ਬੰਦ ਕਰ ਦਿੱਤਾ ਗਿਆ ਸੀ ਤਾਂ ਕਿ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਪਰ ਹਾਲ ਦੇ ਵਿੱਚ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਮੌਕੇ 29 ਜੂਨ ਤੋਂ ਪਾਕਿਸਤਾਨ ਨੇ ਇਹ ਲਾਂਘਾ ਜਿਹੜਾ ਮੁੜ ਤੋਂ ਖੋਲ੍ਹ ਦਿੱਤਾ ਹੈ, ਤੇ ਬਾਕਾਇਦਾ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਸਤੇ ਉੱਥੇ ਸੈਂਟਰ ਜਿਹੜੇ ਨੇ ਸਥਾਪਿਤ ਕੀਤੇ ਗਏ ਨੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਇਹ ਬਿਮਾਰੀ ਉਹ ਨਾ ਫੈਲ ਸਕੇ ਜਾਂ ਕੋਈ ਵੀ ਵਿਅਕਤੀ ਜਿਹੜਾ ਆ ਇਸ ਥਾਂ ਤੋਂ ਕਰੋਨਾ ਨਾਮ ਦੀ ਇਸ ਬਿਮਾਰੀ ਦੇ ਨਾਲ ਪੀੜਤ ਨਾ ਹੋ ਸਕੇ। ਸੋ ਸਾਰੇ ਪ੍ਰਬੰਧ ਪਾਕਿਸਤਾਨ ਹੁਕੂਮਤ ਵੱਲੋਂ ਕਰ ਲਿੱਤੇ ਗਏ ਨੇ, ਪਰ ਭਾਰਤ ਸਰਕਾਰ ਵੱਲੋਂ ਅਜੇ ਕੋਈ ਫੈਸਲਾ ਜਿਹੜਾ ਆ ਇੱਥੋਂ ਕਿ ਸਿੱਖ ਸ਼ਰਧਾਲੂ ਉੱਧਰ ਜਾਣਗੇ ਉਹ ਨਹੀਂ ਆਇਆ। ਭਾਵੇਂ ਕਿ ਕਰਤਾਰਪੁਰ ਸਾਹਿਬ ਦੇ ਵਿੱਚ ਸੰਬੰਧਿਤ ਗੁਰਦੁਆਰਾ ਦੇ ਵਿੱਚ ਸਥਾਨਕ ਲੋਕਾਂ ਨੇ ਕੱਲ੍ਹ ਅਰਦਾਸ ਕਰਕੇ ਇਸ ਲਾਂਘੇ ਨੂੰ ਜਿਹੜਾ ਖੋਲ੍ਹ ਦਿੱਤਾ ਗਿਆ, ਉੱਥੇ ਬਕਾਇਦਾ ਪਾਠ ਕੀਤਾ ਗਿਆ, ਅਰਦਾਸ ਕੀਤੀ ਗਈ ਪਰਮਾਤਮਾ ਦੇ ਦਰ ਦੇ ਉੱਤੇ। ਸੋ ਦੇਖਦੇ ਹਾਂ ਕਿ ਕਦੋਂ ਭਾਰਤ ਸਰਕਾਰ ਵੀ ਇਹ ਫੈਸਲਾ ਲੈਂਦੀ ਹੈ ਤੇ ਸਿੱਖ ਸ਼ਰਧਾਲੂ, ਕਿਉਂਕਿ ਇੱਕ ਬੜੀ ਵੱਡੀ ਸਮੱਸਿਆ ਰਹੀ ਹੈ ਇਸ ਦਰਸ਼ਨਾਂ ਦੇ ਵਾਸਤੇ, ਭਾਵੇਂ ਕਿ ਥੋੜ੍ਹਾ ਸੌਖਾ ਹੋ ਗਿਆ, ਪਹਿਲਾਂ ਦੂਰਬੀਨ ਦੇ ਨਾਲ ਦੇਖਦੇ ਸੀ, ਹੁਣ ਅਸੀਂ ਉੱਥੇ ਜਾ ਕੇ ਨਤਮਸਤਕ ਹੋ ਸਕਦੇ ਹਾਂ, ਪਰ ਪਾਸਪੋਰਟ ਦੀ ਸ਼ਰਤ ਜਿਹੜੀ ਹੈ ਉਹ ਕਿਤੇ ਨਾ ਕਿਤੇ ਜਿਹੜਾ ਉਹਨੇ ਲੋਕਾਂ ਨੂੰ ਜਿਹੜਾ ਝੁਕਾਅ ਉਹ ਜ਼ਰੂਰ ਘੱਟ ਕੀਤਾ। ਜਿੰਨੀ ਵੱਡੀ ਗਿਣਤੀ ਵਿੱਚ ਇੱਕ ਆਸ ਸੀ ਵੀ ਸਿੱਖ ਸ਼ਰਧਾਲੂ ਉੱਧਰ ਜਾਣਗੇ ਉਹ ਨਹੀਂ ਜਾ ਸਕੇ। ਸੋ ਇਹ ਵੀ ਇੱਕ ਚਰਚਾ ਦਾ ਵਿਸ਼ਾ ਸੀ। ਕੋਵਿਡ-19 ਤੋਂ ਇਹ ਬੰਦ ਹੋਣ ਤੋਂ ਪਹਿਲਾਂ ਦੀ ਗੱਲ ਹੈ ਕਿ ਪਾਸਪੋਰਟ ਦੀ ਸ਼ਰਤ ਹਟਾਈ ਜਾਏ, ਕੇਵਲ ਆਧਾਰ ਕਾਰਡ ਦੇ ਉੱਤੇ, ਪਾਸਪੋਰਟ ਸਾਈਜ਼ ਫੋਟੋਆਂ ਦੇ ਉੱਤੇ ਜਾਂ ਜੋ ਕੋਈ ਲੋੜੀਂਦਾ ਦਸਤਾਵੇਜ਼ ਹੋਵੇ ਤੇ ਪੁਲਿਸ ਇਨਕੁਆਇਰੀ ਤੋਂ ਬਾਅਦ ਉਹ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਪਰ ਪਾਸਪੋਰਟ ਦੀ ਸ਼ਰਤ ਹੋਣ ਕਰਕੇ ਵੀ ਸ਼ਰਧਾਲੂ ਜਿਹੜੇ ਬਹੁਤ ਘੱਟ ਜਾ ਰਹੇ ਸਨ। ਸੋ ਹੁਣ ਗਰਮੀ ਵੀ ਕਾਫੀ ਹੈ ਤੇ ਅਜੇ ਭਾਰਤ ਸਰਕਾਰ ਵੱਲੋਂ ਕੋਈ ਫੈਸਲਾ ਨਹੀਂ ਆਇਆ ਹੈ। ਸੋ ਦੇਖਦੇ ਹਾਂ ਆਉਂਦੇ ਦਿਨਾਂ ਦੇ ਵਿੱਚ ਕੀ ਫੈਸਲਾ ਸਰਕਾਰ ਵੱਲੋਂ ਆਉਂਦਾ ਹੈ ਤੇ ਪਾਸਪੋਰਟ ਦੀ ਸ਼ਰਤ ਉੱਤੇ ਮੁੜ ਤੋਂ ਕੀ ਵਿਚਾਰ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਫਿਰ ਇੱਕ ਵਾਰੀ ਕੋਸ਼ਿਸ਼ ਕਰਾਂਗੇ ਕਿ ਅਕਾਲ ਚੈਨਲ ਦੇ ਸਮੂਹ ਦਰਸ਼ਕਾਂ ਨੂੰ ਫਿਰ ਇਸ ਥਾਂ ਤੋਂ ਲਾਈਵ ਗੱਲਬਾਤ ਕਰਦੇ ਹੋਇਆਂ ਇੱਥੋਂ ਦੇ ਜੋ ਪ੍ਰਬੰਧ ਨੇ ਉਹਦਾ ਜਾਇਜ਼ਾ ਲੈਂਦੇ ਹੋਇਆਂ ਉਹ ਸਾਰਾ ਆਪ ਜੀ ਦੇ ਰੂਬਰੂ ਕਰਾਂਗੇ। ਸੋ ਜੁੜੇ ਰਹੋ ਅਕਾਲ ਚੈਨਲ ਦੇ ਨਾਲ।
ਇਸ ਵਕਤ ਅਸੀਂ ਜ਼ੀਰੋ ਲਾਈਨ ਦੇ ਉੱਤੇ ਖੜੇ ਹੋਏ ਹਾਂ, ਜਿੱਥੇ ਬਿਲਕੁਲ ਜਿਹੜੀ ਬਾਰਡਰ ਦੀ ਜਿਹੜੀ ਤਾਰ ਲੱਗੀ ਹੋਈ ਹੈ ਤੇ ਭਾਰਤ ਸਰਕਾਰ ਵੱਲੋਂ ਜਿਹੜਾ ਤਾਰ ਤੋਂ ਅੱਗੇ ਵੀ, ਕਿਉਂਕਿ ਜਿਹੜੀ ਆਪਣੀ ਜ਼ਮੀਨ ਹੈਗੀ ਹੈ ਭਾਰਤ ਸਰਕਾਰ ਦੀ ਜਾਂ ਭਾਰਤ ਦੇਸ਼ ਦੀ, ਉੱਥੋਂ ਤੱਕ ਬ੍ਰਿਜ ਦਾ ਨਿਰਮਾਣ ਹੋ ਚੁੱਕਿਆ ਹੈ ਤੇ ਦੂਸਰੇ ਪਾਸਿਓਂ ਜਿਹੜਾ ਬ੍ਰਿਜ ਆਉਣਾ ਆ ਪਾਕਿਸਤਾਨ ਦੇ ਪਾਸਿਓਂ, ਉਹ ਅਜੇ ਜਿਹੜਾ ਸਾਰਾ ਉਸਾਰੀ ਅਧੀਨ ਹੈ ਤੇ ਇੱਕ ਵੱਖਰਾ ਛੋਟਾ ਰਸਤਾ ਜਿਹੜਾ ਹੈ ਉਹ ਬਣਾਇਆ ਹੋਇਆ ਹੈ ਗੁਰਦੁਆਰਾ ਕਰਤਾਰਪੁਰ ਸਾਹਿਬ ਤੱਕ ਜਾਣ ਦੇ ਵਾਸਤੇ। ਜ਼ੀਰੋ ਲਾਈਨ ਦੇ ਉੱਤੇ ਹੀ ਇੱਕ ਇੱਥੇ ਬਹੁਤ ਪ੍ਰਸਿੱਧ ਔਰ ਪੁਰਾਤਨ ਗੁਰਦੁਆਰਾ ਸਾਹਿਬ ਹੈ ਬਾਬਾ ਸਿੱਧ ਸੋ ਰੰਧਾਵਾ ਜੀ ਦੇ ਨਾਮ ਉੱਤੇ, ਔਰ ਇਹ ਬਿਲਕੁਲ ਜ਼ੀਰੋ ਲਾਈਨ ਦੇ ਉੱਤੇ ਇਹ ਗੁਰਦੁਆਰਾ ਸਾਹਿਬ ਹੈ। ਔਰ ਜੋ ਲਗਾਤਾਰ ਜਿੱਥੇ ਜਦੋਂ ਸੰਗਤਾਂ ਇੱਥੇ ਪਹੁੰਚਦੀਆਂ ਨੇ ਤੇ ਵੱਡੀ ਗਿਣਤੀ ਵਿੱਚ ਲੋਕ ਇੱਥੇ ਵੀ ਨਤਮਸਤਕ ਹੁੰਦੇ ਨੇ। ਔਰ ਇੱਥੋਂ ਦੇ ਸੇਵਾਦਾਰ ਬਾਬਾ ਕਸ਼ਮੀਰ ਸਿੰਘ ਜੀ ਕੋਲੋਂ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਵੀ ਕਿਹੋ ਜਿਹਾ ਮਾਹੌਲ ਹੁੰਦਾ ਹੈ ਜਦੋਂ ਸੰਗਤਾਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੇ ਵਾਸਤੇ ਜਾਣਾ ਹੁੰਦਾ ਹੈ, ਉਹ ਇੱਥੇ ਸਟੇ ਕਰਦੀਆਂ ਨੇ ਤੇ ਜਾਂ ਲਾਂਘਾ ਖੁੱਲ੍ਹਣ ਤੋਂ ਪਹਿਲਾਂ ਜਦੋਂ ਦੂਰਬੀਨ ਦੇ ਰਾਹੀਂ ਦਰਸ਼ਨ ਕਰਵਾਏ ਜਾਂਦੇ ਸੀ, ਬਿਲਕੁਲ ਗੁਰਦੁਆਰੇ ਤੋਂ ਕੁਝ ਕੁ ਫੁੱਟ ਦੀ ਦੂਰੀ ਉੱਤੇ ਹੀ ਦੂਰਬੀਨ ਜਿਹੜੀ ਹੈ ਉਹ ਲੱਗੀ ਹੋਈ ਸੀ, ਜਿੱਥੋਂ ਵੱਡੀ ਗਿਣਤੀ ਵਿੱਚ ਸਿੱਖ ਸ਼ਰਧਾਲੂ ਜਿਹੜੇ ਨੇ ਉਹ ਦਰਸ਼ਨ ਕਰਿਆ ਕਰਦੇ ਸਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਹਾਂਜੀ ਬਾਬਾ ਜੀ, ਜਿੱਦਾਂ ਹੁਣ ਤਕਰੀਬਨ ਲੋਕਡਾਊਨ ਦੇ ਕਰਕੇ, ਤਾਲਾਬੰਦੀ ਦੇ ਕਰਕੇ ਇੱਕ ਬਹੁਤ ਵੱਡੀ ਸਮੱਸਿਆ ਆਈ ਹੈ ਤੇ ਧਾਰਮਿਕ ਸਥਾਨ ਵੀ ਬੰਦ ਕੀਤੇ ਗਏ ਨੇ, ਇੱਥੇ ਚਹਿਲ ਪਹਿਲ ਵੀ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ। ਜਦੋਂ ਲਾਂਘਾ ਨਹੀਂ ਖੁੱਲਿਆ ਸੀਗਾ, ਦੂਰਬੀਨ ਦੇ ਰਾਹੀਂ ਦਰਸ਼ਨ ਕਰਵਾਏ ਜਾਂਦੇ ਸੀਗੇ, ਉਦੋਂ ਇੱਥੇ ਮਾਹੌਲ ਕਿੱਦਾਂ? ਉਦੋਂ ਜੀ ਬਹੁਤ ਜ਼ਿਆਦਾ ਸੰਗਤ ਆਉਂਦੀ ਸੀ, ਬਹੁਤ ਜ਼ਿਆਦਾ। ਉੱਥੇ ਮਤਲਬ ਕਿ ਵਾਰੀ ਨਹੀਂ ਵਾਰੀ ਕਿ ਲੰਗਰ ਲਾਈਨਾਂ ਚੱਲਦਾ ਸੀਗਾ ਤੇ ਹੁਣ ਤੇ ਬਹੁਤ ਜ਼ਿਆਦਾ ਜਦੋਂ ਦਾ ਲੋਕਡਾਊਨ ਲੱਗਿਆ ਉਹਨਾਂ ਦੇ ਕੋਈ ਸਮਝਦਾ ਜਾਂਦਾ ਨਹੀਂ, ਅਸੀਂ 2 ਆ ਗਏ, 4 ਆ ਗਏ, 6 ਆ ਗਏ, ਇੱਦਾਂ ਤੇ ਜਦੋਂ ਲਾਂਘਾ ਖੁੱਲਦਾ ਹੈ, ਲਾਂਘਾ ਖੁੱਲ੍ਹਣ ਤੋਂ ਬਾਅਦ ਇੱਕ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਦਾ ਝੁਕਾਅ ਬਣਦਾ ਇਸ ਪਾਸੇ ਜਾਣ। ਬਹੁਤ ਜ਼ਿਆਦਾ ਸੰਗਤ ਆਈ ਸੀ, ਬਹੁਤ ਜ਼ਿਆਦਾ, ਲੱਖਾਂ ਨਾਲ ਦੁਨੀਆ ਆਈ ਕੋਲ ਦੇ ਮੇਰੇ 'ਚ ਬਹੁਤ ਦੁਨੀਆ ਆਈ। ਇੱਥੋਂ ਤੁਹਾਨੂੰ ਇੱਥੇ ਜਿਹੜਾ ਗੁਰਦੁਆਰਾ ਸਥਾਪਿਤ ਹੈ, ਕਿੰਨਾ ਕੁ ਪੁਰਾਤਨ ਜਿਹੜੀ ਸਥਾਪਿਤ ਹੋਈ ਇਸ ਗੁਰਦੁਆਰੇ ਦੀ? ਕਿੱਧਰ ਕੀ ਇਹ ਗੁਰਦੁਆਰਾ ਕਦੋਂ ਦਾ ਸਥਾਪਿਤ ਇੱਥੇ? ਇਹ ਤਾਂ ਕਾਫੀ ਸਾਡੇ ਹਾਲ ਤੋਂ ਪਹਿਲਾਂ ਦਾ ਹੈ ਬਾਬਾ ਜੀ। ਹਾਂਜੀ ਸਾਡੇ ਇੱਥੇ ਸੇਵਾ ਕਰਦੇ ਕਿੰਨੇ ਚਿਰ ਹੋ ਗਿਆ? 6-7 ਸਾਲ ਹੋ ਗਏ। 6-7 ਸਾਲ ਤੋਂ ਤੁਸੀਂ ਇੱਥੇ ਸੇਵਾ ਕਰ ਰਹੇ ਹੋ, ਦੇਖ ਰਹੇ ਹੋ ਸੰਗਤਾਂ ਜਿਹੜਾ ਨੇ ਆਉਂਦੀਆਂ ਨੇ ਦੂਰਬੀਨ ਰਾਹੀਂ ਦਰਸ਼ਨ ਕਰਨ ਦੇ ਵਾਸਤੇ, ਉਦੋਂ ਵੀ ਇੱਥੇ ਨਤਮਸਤਕ ਹੁੰਦੀਆਂ ਸੀ ਤੇ ਜੇਕਰ ਹੁਣ ਲਾਂਘਾ ਖੁੱਲ੍ਹ ਚੁੱਕਿਆ ਹੈ ਤੇ ਤਾਂ ਵੀ ਜਿਹੜੀ ਸਿੱਖ ਸੰਗਤ ਹੈਗੇ ਨੇ ਉਹ ਇੱਥੇ ਦਰਸ਼ਨ ਕਰਨ ਦੇ ਵਾਸਤੇ ਆਉਂਦੀ ਨੇ। ਅਸੀਂ ਦੇਖ ਸਕਦੇ ਹਾਂ ਕੈਮਰੇ ਦੀ ਨਜ਼ਰ ਦੇ ਵਿੱਚੋਂ ਕਿ ਲਾਈਵ ਫੁਟੇਜ ਹੈਗੀ ਇਸ ਵਕਤ। ਅਸੀਂ ਇੱਥੇ ਪਹੁੰਚੇ ਹੋਏ ਹਾਂ ਜ਼ੀਰੋ ਲਾਈਨ ਦੇ ਉੱਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਵਾਸਤੇ ਜੋ ਕੋਰੀਡੋਰ ਬਣਾਇਆ ਗਿਆ ਸੀ, 29 ਜੂਨ ਤੋਂ ਪਾਕਿਸਤਾਨ ਹੁਕੂਮਤ ਵੱਲੋਂ ਉਹਨੂੰ ਖੋਲ੍ਹ ਦਿੱਤਾ ਗਿਆ ਹੈ ਮੁੜ ਤੋਂ, ਜੋ ਕਿ 16 ਮਾਰਚ ਤੋਂ ਕੋਵਿਡ-19 ਦੇ ਕਰਕੇ ਲਗਾਤਾਰ ਬੰਦ ਸੀ। ਔਰ ਅਸੀਂ ਦੇਖ ਸਕਦੇ ਹਾਂ ਵੀ ਸੰਗਤਾਂ ਜਿਹੜੀਆਂ ਹੈਗੀਆਂ ਨੇ ਉਹ ਕੁਝ ਨਾ ਕੁਝ ਜਿਹੜੇ ਥੋੜ੍ਹੀ ਬਹੁਤੀ ਗਿਣਤੀ ਵਿੱਚ ਆਉਂਦੇ ਨੇ ਦਰਸ਼ਨ ਕਰਨ ਦੇ ਵਾਸਤੇ, ਉਹ ਉੱਤੇ ਖੜ੍ਹ ਕੇ ਜਿਹੜਾ ਇੱਕ ਉੱਚਾ ਥਾਂ ਥੋੜ੍ਹਾ ਬਣਿਆ ਹੋਇਆ ਜਿੱਥੇ ਫੌਜ ਦੀ ਚੌਂਕੀ ਵੀ ਹੈ, ਜਿੱਥੇ ਕਿ ਪਹਿਲਾਂ ਦੂਰਬੀਨ ਲੱਗੀ ਹੁੰਦੀ ਸੀ, ਉੱਥੋਂ ਤੱਕ ਜ਼ਰੂਰ ਜਾਂਦੇ ਨੇ ਤੇ ਫਿਰ ਉੱਥੋਂ ਮੁੜ ਆਉਂਦੇ ਨੇ। 2-4 ਮਿੰਟ ਤੋਂ ਵੱਧ ਜਿਹੜਾ ਉੱਥੇ ਰੁਕਣ ਦੀ ਇਜਾਜ਼ਤ ਨਹੀਂ ਹੈਗੀ ਤੇ ਉਹ ਅਸੀਂ ਦੇਖ ਸਕਦੇ ਹਾਂ ਵੀ ਇਸ ਵਕਤ ਜ਼ੀਰੋ ਲਾਈਨ ਦੇ ਉੱਤੇ ਜੋ ਸਥਿਤੀ ਹੈਗੀ ਹੈ, ਕਿਉਂਕਿ ਭਾਰਤ ਸਰਕਾਰ ਵੱਲੋਂ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ, ਭਾਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਦੇ ਵਿੱਚ ਹੀ ਸਟੇਟਮੈਂਟ ਦਿੱਤੀ ਹੈ ਕਿ ਸਾਨੂੰ ਇਹ ਲਾਂਘਾ ਖੋਲ੍ਹਣ 'ਤੇ ਕੋਈ ਇਤਰਾਜ਼ ਨਹੀਂ ਹੈ ਤੇ ਬਾਕੀ ਜਿਸ ਤਰ੍ਹਾਂ ਵੀ ਭਾਰਤ ਸਰਕਾਰ, ਕੇਂਦਰ ਸਰਕਾਰ ਫੈਸਲਾ ਲਵੇਗੀ, ਅਸੀਂ ਉਸ ਫੈਸਲੇ ਨੂੰ ਇਨ ਬਿਨ ਲਾਗੂ ਕਰਾਂਗੇ। ਕਿਉਂਕਿ ਜੋ ਇਹਨਾਂ ਦੀ ਆਪਸ ਦੇ ਵਿੱਚ ਜੋ ਨੀਤੀਆਂ ਸੀ ਵੀ ਘੱਟੋ ਘੱਟ 1 ਹਫ਼ਤਾ ਪਹਿਲਾਂ ਕੋਈ ਵੀ ਜਿਹੜੀ ਗਤੀਵਿਧੀ ਕਰਨੀ ਹੈ, 1 ਹਫ਼ਤਾ ਪਹਿਲਾਂ ਇੱਕ ਦੂਜੇ ਦੇ ਨਾਲ ਸਲਾਹ ਮਸ਼ਵਰਾ ਕੀਤਾ ਜਾਏਗਾ, ਪਰ 2 ਦਿਨ ਪਹਿਲਾਂ ਹੀ ਜਿਹੜਾ ਉਸ ਬਾਬਤ ਦੱਸਿਆ ਗਿਆ। 27 ਜੂਨ ਨੂੰ ਇਸ ਗੱਲ ਦਾ ਐਲਾਨ ਕੀਤਾ ਗਿਆ ਵੀ 29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਮੌਕੇ ਮੁੜ ਤੋਂ ਸਿਹਤ ਸੁਵਿਧਾਵਾਂ ਨੂੰ ਯਕੀਨੀ ਬਣਾਉਂਦਿਆਂ ਹੋਇਆਂ ਇਹ ਲਾਂਘਾ ਖੋਲ੍ਹਿਆ ਜਾਵੇਗਾ। ਔਰ ਲਾਂਘਾ ਜਿਹੜਾ ਆ ਉਹ 29 ਤਰੀਕ ਤੋਂ ਪਾਕਿਸਤਾਨ ਸਰਕਾਰ ਵੱਲੋਂ ਖੋਲ੍ਹ ਦਿੱਤਾ ਗਿਆ। ਸਥਾਨਕ ਲੋਕਾਂ ਨੇ ਗੁਰਦੁਆਰਾ ਸਾਹਿਬ ਪਹੁੰਚ ਕੇ ਅਰਦਾਸ ਕੀਤੀ, ਪਾਠ ਪੂਜਾ ਕੀਤੀ ਔਰ ਅਜੇ ਭਾਰਤ ਸਰਕਾਰ ਵੱਲੋਂ ਜਿਹੜਾ ਆ ਉਹ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ, ਭਾਵੇਂ ਕਿ ਪੰਜਾਬ ਸਰਕਾਰ ਨੇ ਗੱਲ ਆਖੀ ਹੈ ਵੀ ਸਾਨੂੰ ਲਾਂਘਾ ਖੋਲ੍ਹਣ 'ਤੇ ਕੋਈ ਇਤਰਾਜ਼ ਨਹੀਂ ਹੈ ਤੇ ਪਰ ਭਾਰਤ ਸਰਕਾਰ, ਕੇਂਦਰ ਸਰਕਾਰ ਦਾ ਫੈਸਲਾ ਜਿਹੜਾ ਆ ਉਹਦਾ ਅਜੇ ਇੰਤਜ਼ਾਰ ਕੀਤਾ ਜਾਵੇਗਾ। ਸੋ ਇਹ ਅੱਜ ਅਸੀਂ ਖਾਸ ਤੌਰ 'ਤੇ ਅਕਾਲ ਚੈਨਲ ਦੀ ਟੀਮ ਜੋ ਪਹੁੰਚੀ ਹੈ ਕਰਤਾਰਪੁਰ ਕੋਰੀਡੋਰ ਦੇ ਉੱਤੇ, ਕਿਉਂਕਿ ਮੇਨ ਰਸਤੇ ਉੱਤੇ ਜਾਣ ਦੀ ਇਜਾਜ਼ਤ ਨਹੀਂ ਹੈ। ਪਹਿਲੇ ਜਿਸ ਜਗ੍ਹਾ 'ਤੇ ਅਸੀਂ ਇਸ ਵਕਤ ਰੁਕੇ ਹੋਏ ਹਾਂ, ਖੜ੍ਹੇ ਹਾਂ, ਔਰ ਪਿੱਛੇ ਗੁਰਦੁਆਰਾ ਸਾਹਿਬ ਦੀ ਇਮਾਰਤ ਹੈਗੀ ਹੈ, ਬਿਲਕੁਲ ਜ਼ੀਰੋ ਲਾਈਨ ਦੇ ਉੱਤੇ ਗੁਰਦੁਆਰਾ ਸਾਹਿਬ ਹੈਗਾ ਆ, ਜਿੱਥੋਂ ਕਿ ਦੂਰਬੀਨ ਦੇ ਰਾਹੀਂ ਦਰਸ਼ਨ ਕੀਤੇ ਜਾਂਦੇ ਸਨ ਜਦੋਂ ਇਹ ਲਾਂਘਾ ਓਪਨ ਨਹੀਂ ਸੀ ਹੋਇਆ, ਕੋਰੀਡੋਰ ਓਪਨ ਨਹੀਂ ਸੀ ਹੋਇਆ। ਇੱਕ ਲੰਮਾ ਸਮਾਂ
ਜਦੋਜਹਿਦ ਚੱਲਦੀ ਹੈ, ਲੰਮਾ ਸਮਾਂ ਅਰਦਾਸਾਂ ਹੋਈਆਂ ਨੇ ਇਸ ਵਾਸਤੇ ਤੇ ਅਖੀਰ ਦੇ ਵਿੱਚ ਇਹ ਲਾਂਘਾ ਜਿਹੜਾ ਆ ਉਹ ਖੁੱਲ੍ਹਿਆ ਹੈ। ਪਰ ਕੋਵਿਡ-19 ਦੇ ਕਰਕੇ, ਕਰੋਨਾ ਵਾਇਰਸ ਦੀ ਮਹਾਮਾਰੀ ਦੇ ਕਰਕੇ 16 ਮਾਰਚ ਤੋਂ ਇਹ ਲਾਂਘਾ ਜਿਹੜਾ ਹੈ ਮੁੜ ਤੋਂ ਬੰਦ ਕਰ ਦਿੱਤਾ ਗਿਆ ਸੀ। ਸੋ ਦੇਖਦੇ ਹਾਂ ਜੀ ਕੀ ਫੈਸਲਾ ਲੈਂਦੀ ਹੈ ਕੇਂਦਰ ਸਰਕਾਰ ਤੇ ਕਿਵੇਂ ਜਿਹੜੀ ਇਹ ਮੁੜ ਤੋਂ ਇੱਥੇ ਰੌਣਕ ਲੱਗਦੀ ਹੈ ਤੇ ਜਿਹੜੀਆਂ ਸਿੱਖ ਸੰਗਤਾਂ ਹੈਗੀਆਂ ਨੇ ਕਿਵੇਂ ਮੁੜ ਤੋਂ ਇੱਥੇ ਨਤਮਸਤਕ ਹੋਣ ਦੇ ਵਾਸਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਕੋਰੀਡੋਰ ਪਹੁੰਚਣ ਦੇ ਵਾਸਤੇ ਜਿਹੜਾ ਸ਼ਰਧਾ ਉਤਸ਼ਾਹ ਉਹਨਾਂ ਨੇ ਉਦੋਂ ਵਿਖਾਇਆ ਸੀਗਾ ਉਹ ਕਿਵੇਂ ਫਿਰ ਆਪਣਾ ਉਹੀ ਰੂਪ ਧਾਰਨ ਕਰਦਾ ਹੈ ਤੇ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਜਾਂ ਸਿੱਖ ਸ਼ਰਧਾਲੂ ਨੇ ਉਹ ਦਰਸ਼ਨ ਕਰਨ ਦੇ ਵਾਸਤੇ ਕਰਤਾਰਪੁਰ ਸਾਹਿਬ ਪਹੁੰਚਦੇ ਨੇ। ਜੁੜੇ ਰਹੋ ਅਕਾਲ ਚੈਨਲ ਦੇ ਨਾਲ। ਕਰਤਾਰਪੁਰ ਸਾਹਿਬ ਕੋਰੀਡੋਰ ਦੇ ਮਾਮਲੇ ਦੇ ਸੰਬੰਧ ਵਿੱਚ ਭਾਵੇਂ ਕਿ ਦੋਨਾਂ ਦੇਸ਼ਾਂ ਦੇ ਵਿੱਚ ਇਸ ਵਕਤ ਬਿਆਨਬਾਜ਼ੀ ਚੱਲ ਰਹੀ ਹੈ ਕਿ ਪਾਕਿਸਤਾਨ ਸਰਕਾਰ ਵੱਲੋਂ ਕਿਉਂਕਿ 29 ਜੂਨ ਤੋਂ ਇਹ ਲਾਂਘਾ ਮੁੜ ਤੋਂ ਖੋਲ੍ਹ ਦਿੱਤਾ ਗਿਆ ਹੈ ਜੋ 16 ਮਾਰਚ ਤੋਂ ਬੰਦ ਕੀਤਾ ਹੋਇਆ ਸੀਗਾ ਤੇ ਭਾਰਤ ਸਰਕਾਰ ਵੱਲੋਂ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ। ਹਾਲ ਵਿੱਚ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਗੱਲ ਆਖੀ ਹੈ ਵੀ ਸਾਨੂੰ ਕੋਈ ਇਤਰਾਜ਼ ਨਹੀਂ ਹੈ ਜੇਕਰ ਇਹ ਲਾਂਘਾ ਖੋਲ੍ਹਿਆ ਜਾਂਦਾ ਹੈ, ਪਰ ਭਾਰਤ ਸਰਕਾਰ ਜਾਂ ਕੇਂਦਰ ਸਰਕਾਰ ਦੇ ਜਦ ਤੱਕ ਸਾਨੂੰ ਦਿਸ਼ਾ ਨਿਰਦੇਸ਼ ਨਹੀਂ ਆਉਣਗੇ ਤਦ ਤੱਕ ਇਹ ਜਿਹੜਾ ਫੈਸਲਾ ਜੋ ਪਹਿਲਾਂ ਵਾਲਾ ਸੀਗਾ ਕਿ 16 ਮਾਰਚ ਤੋਂ ਕਰੋਨਾ ਵਾਇਰਸ ਦੇ ਕਰਕੇ ਇਹ ਲਾਂਘਾ ਬੰਦ ਕੀਤਾ ਹੋਇਆ ਸੀਗਾ ਉਹ ਜਿਉਂ ਦੇ ਤਿਉਂ ਜਾਰੀ ਰਹਿਣਗੇ। ਪਰ ਸਿੱਖ ਸੰਗਤਾਂ ਜੋ ਇਸ ਇਲਾਕੇ 'ਚੋਂ ਜਿਹਨਾਂ ਨੇ ਲੰਘਣਾ ਹੁੰਦਾ ਹੈ ਤੇ ਉਹਨਾਂ ਦੀ ਦਿਲੀ ਖੁਆਇਸ਼ ਹੁੰਦੀ ਹੈ ਵੀ ਇੱਕ ਵਾਰ ਇੱਥੇ ਜ਼ਰੂਰ ਨਤਮਸਤਕ ਹੋਇਆ ਜਾਵੇ। ਡੇਰਾ ਬਾਬਾ ਨਾਨਕ ਆਉਂਦੇ ਨੇ ਤਾਂ ਕਰਤਾਰਪੁਰ ਸਾਹਿਬ ਗੁਰਦੁਆਰੇ ਨੂੰ ਤਾਂਘਣ ਦੀ ਜਿਹੜੀ ਹੈ ਇੱਛਾ ਉਹਨਾਂ ਦੇ ਮਨ ਵਿੱਚ ਹੁੰਦੀ ਹੈ। ਭਾਵੇਂ ਕਿ ਸਥਾਨ ਦੇ ਉੱਤੇ ਜਿੱਥੇ ਪਿੱਛੇ ਦੇਖ ਸਕਦੇ ਹਾਂ ਪਹਿਲਾਂ ਦੂਰਬੀਨ ਲੱਗੀ ਹੁੰਦੀ ਸੀ ਔਰ ਕੋਰੀਡੋਰ ਖੁੱਲ੍ਹਣ ਤੋਂ ਬਾਅਦ ਉਹ ਦੂਰਬੀਨ ਉੱਥੋਂ ਹਟਾ ਲਈ ਗਈ ਹੈ। ਸਾਡੇ ਨਾਲ ਕੁਝ ਵੀਰ ਇੱਥੇ ਪਹੁੰਚੇ ਨੇ ਜੋ ਸ਼ਾਇਦ ਉਹ ਵੀ ਉਹਨਾਂ ਦੀ ਤਮੰਨਾ ਸੀ ਵੀ ਸ਼ਾਇਦ ਅਸੀਂ ਉੱਥੋਂ ਖਲੋ ਕੇ ਜ਼ੀਰੋ ਲਾਈਨ ਤੋਂ ਗੁਰਦੁਆਰਾ ਸਾਹਿਬ ਦੇਖ ਸਕਾਂਗੇ, ਪਰ ਅੱਜ ਕਿਉਂਕਿ ਥੋੜ੍ਹਾ ਮੌਸਮ ਵੀ ਬਹੁਤਾ ਸਾਫ਼ ਨਹੀਂ ਹੈਗਾ ਤੇ ਬਿਲਕੁਲ ਕਲੈਰਿਟੀ ਜਿਹੜੀ ਹੈ ਕਿਉਂਕਿ 2 ਕਿਲੋਮੀਟਰ ਦਾ ਫਾਸਲਾ ਵੀ ਹੈਗਾ ਆ ਉਹ ਕਲੀਅਰ ਨਹੀਂ ਹੈਗੀ। ਜਦ ਕਿ ਥੋੜ੍ਹਾ ਮੌਸਮ ਸਾਫ਼ ਹੋਵੇ ਤਾਂ ਅਕਸਰ ਉਹਨੂੰ ਅਸੀਂ ਆਪਣੀਆਂ ਅੱਖਾਂ ਦੇ ਨਾਲ ਦੇਖ ਸਕਦੇ ਹਾਂ। ਵੀਰ ਜੀ ਨਾਲ ਗੱਲਬਾਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਤੁਹਾਡਾ ਨਾਮ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਰਾਜਕਮਲ ਸਿੰਘ ਜੀ। ਰਾਜਕਮਲ ਸਿੰਘ ਜੀ, ਕਿੱਥੋਂ ਤੁਸੀਂ ਆਏ ਹੋ? ਅਸੀਂ ਬਿਆਸ ਤੋਂ ਆਏ ਹਾਂ ਜੀ। ਬਿਆਸ ਤੋਂ। ਇਸ ਪਾਸੇ ਕਿੱਦਾਂ ਆਉਣਾ ਹੋਇਆ ਤੁਹਾਡਾ? ਇਸ ਪਾਸੇ ਆਪਾਂ ਡੇਰਾ ਬਾਬਾ ਨਾਨਕ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਏ ਸੀ, ਚੋਲਾ ਸਾਹਿਬ ਦੇ, ਤੇ ਅਸੀਂ ਸੋਚਿਆ ਵੀ ਕਰਤਾਰਪੁਰ ਸਾਹਿਬ ਦੇ ਵੀ ਦਰਸ਼ਨ ਕਰ ਚੱਲੀਏ, ਪਰ ਫੌਜ ਦੀ ਸਿਕਿਉਰਿਟੀ ਦਾ ਕਰਕੇ ਉਹ ਕਹਿੰਦੇ ਵੀ ਲੋਕਡਾਊਨ ਦਾ ਕਰਕੇ ਇਹ ਅਲਾਉਡ ਨਹੀਂ ਹੈ, ਸੋ ਅਸੀਂ ਫਿਰ ਇੱਦਾਂ ਹੀ ਚੱਲੇ ਹਾਂ ਜੀ। ਹਾਂਜੀ, ਕਿਤੇ ਨਾ ਕਿਤੇ ਕਿਉਂਕਿ ਇਹ ਬੜੀ ਵੱਡੀ ਭਾਵਨਾ ਸੀਗੀ। ਅਗਸਤ 1947 ਤੋਂ ਬਾਅਦ ਜਦੋਂ ਦੇਸ਼ ਦਾ ਬਟਵਾਰਾ ਹੁੰਦਾ ਆ ਤੇ ਸਾਡੇ ਬਹੁਤ ਸਾਰੇ ਗੁਰਧਾਮ ਉੱਧਰ ਰਹਿ ਗਏ। ਸਾਂਝੇ ਗੁਰਧਾਮ ਹੁੰਦੇ ਨੇ ਵੈਸੇ, ਪਰ ਉਸ ਤੋਂ ਬਾਅਦ ਇਹ ਅਰਦਾਸ ਵਿੱਚ ਸ਼ਾਮਲ ਕੀਤਾ ਗਿਆ ਸੀ ਵੀ ਜਿਨ੍ਹਾਂ ਗੁਰਦੁਆਰਾ ਸਾਹਿਬ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਜਾਣ। ਸੋ ਅਰਦਾਸ 71 ਸਾਲਾਂ ਬਾਅਦ ਪੂਰੀ ਹੁੰਦੀ ਹੈ ਜਦੋਂ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਸਾਂਝੇ ਤੌਰ 'ਤੇ ਫੈਸਲੇ ਲੈਂਦੀਆਂ ਨੇ। ਸਾਡੇ ਨਾਲ ਵੀਰ ਜੀ ਜੁੜੇ ਹੋਏ ਨੇ, ਉਹਨਾਂ ਨਾਲ ਵੀ ਇਸ ਦੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਨਾਮ ਭਾਜੀ? ਗੁਰਸਾਹਿਬ ਸਿੰਘ। ਗੁਰਸਾਹਿਬ ਸਿੰਘ ਜੀ, ਤੁਸੀਂ ਡੇਰਾ ਬਾਬਾ ਨਾਨਕ ਸਾਂਝੇ ਤੌਰ 'ਤੇ ਪਰਿਵਾਰ ਦੇ ਨਾਲ ਪਹੁੰਚੇ ਹੋ ਔਰ ਦਿਲ ਦੀ ਤਮੰਨਾ ਸੀ ਵੀ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਵੀ ਇੱਕ ਨੀਝ ਲਾ ਕੇ ਦੇਖਿਆ ਜਾ ਸਕੇ, ਪਰ ਕਿਉਂਕਿ ਬਾਰਡਰ ਦੀਆਂ ਕੁਝ ਸਿਕਿਉਰਿਟੀਜ਼ ਹੁੰਦੀਆਂ ਨੇ, ਕੁਝ ਉਹਨਾਂ ਰਿਸਪੌਂਸਿਬਿਲਿਟੀਜ਼ ਹੁੰਦੀਆਂ ਨੇ ਕੰਟਰੀ ਪ੍ਰਤੀ, ਇੱਕ ਇੰਟਰਨੈਸ਼ਨਲ ਵੇ ਹੈਗਾ ਇਹ ਵਾਲਾ। ਸੋ ਉੱਥੇ ਜਿਹੜਾ ਜ਼ਿਆਦਾ ਦੇਰ ਖੜ੍ਹਨ ਦੀ ਇਜਾਜ਼ਤ ਵੀ ਨਹੀਂ ਹੈ ਤੇ ਦੂਰਬੀਨ ਵੀ ਨਹੀਂ ਲੱਗੀ ਹੋਈ, ਕਿਤੇ ਨਾ ਕਿਤੇ ਮਨ ਨਿਰਾਸ਼ ਵੀ ਜ਼ਰੂਰ ਹੁੰਦਾ ਆ। ਸੋ ਤੁਸੀਂ ਕੀ ਮਹਿਸੂਸ ਕਰਦੇ ਹੋ? ਅਸੀਂ ਹੁਣ ਤੇ ਇਹੀ ਚਲੋ ਸੋਚਦੇ ਹਾਂ ਵੀ ਜਦੋਂ ਹੁਣ ਚੰਗੀ ਤਰ੍ਹਾਂ ਓਪਨ ਹੋਏਗਾ ਦੁਬਾਰਾ ਤੇ ਫਿਰ ਅਸੀਂ ਪਾਸਪੋਰਟ ਲੈ ਕੇ ਆਵਾਂਗੇ। ਹੁਣ ਤੇ ਆਏ ਹੀ ਅਸੀਂ ਸੋਚਿਆ ਸੀ ਵੀ ਸ਼ਾਇਦ ਦਰਸ਼ਨ ਹੋ ਜਾਣ ਜ਼ੀਰੋ ਲਾਈਨ ਤੋਂ, ਪਰ ਉਹ ਹੁਣ ਕਰੋਨਾ ਕਰਕੇ ਥੋੜ੍ਹਾ ਮਨਾ ਕੀਤਾ ਆ। ਤੇ ਚਲੋ ਕੋਈ ਗੱਲ ਨਹੀਂ, ਹੁਣ ਦੁਬਾਰਾ ਫਿਰ ਜਦੋਂ ਵੀ ਓਪਨ ਹੋਵੇਗਾ ਤੇ ਉਦੋਂ ਅਸੀਂ ਜ਼ਰੂਰ, ਸਾਡੀ ਤਮੰਨਾ ਵਾ ਵੀ ਉਦੋਂ ਅਸੀਂ ਆਈਏ ਤੇ ਉੱਧਰ ਦਰਸ਼ਨ ਕਰਕੇ ਤੇ। ਥੈਂਕ ਯੂ, ਧੰਨਵਾਦ। ਬਿਲਕੁਲ, ਕਿਉਂਕਿ 16 ਮਾਰਚ ਤੋਂ ਬਾਅਦ ਜਦੋਂ ਕਰੋਨਾ ਵਾਇਰਸ ਨਾਂ ਦੀ ਮਹਾਮਾਰੀ ਨੇ ਪੂਰੀ ਤਰ੍ਹਾਂ ਭਾਰਤ ਦੇਸ਼ ਨੂੰ ਵੀ ਆਪਣੇ ਕਲਾਵੇ ਦੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵੇਲੇ ਇਹ ਯਤਨ ਆਰੰਭ ਹੋ ਚੁੱਕੇ ਸਨ ਕਿ ਲੋਕਾਂ ਦੀ ਸਿਹਤ ਦਾ ਖਾਸ ਤੌਰ 'ਤੇ ਧਿਆਨ ਰੱਖਦੇ ਹੋਏ ਤੇ ਇਸ ਬਿਮਾਰੀ ਨੂੰ ਵਧਣ ਤੋਂ ਰੋਕਣ ਦੇ ਵਾਸਤੇ ਯਤਨ ਕੀਤੇ ਜਾਣ। ਤੇ ਲੋਕਡਾਊਨ ਦਾ ਦੌਰ ਸ਼ੁਰੂ ਹੋਇਆ, ਤਾਲਾਬੰਦੀ ਦਾ ਦੌਰ ਸ਼ੁਰੂ ਹੋਇਆ, ਕਰਫਿਊ ਵੀ ਪੰਜਾਬ ਦੇ ਵਿੱਚ ਲੱਗਿਆ ਰਿਹਾ 17 ਮਈ ਤੱਕ, ਤੇ ਉਸ ਤੋਂ ਬਾਅਦ ਲੋਕਡਾਊਨ ਵੀ ਜਿਹੜਾ ਜਿਉਂ ਦਾ ਤਿਉਂ ਚੱਲ ਰਿਹਾ ਹੈ। ਕਿਤੇ ਨਾ ਕਿਤੇ ਅਨਲੌਕ ਦੇ ਨਾਂ 'ਤੇ ਹੌਲੀ ਹੌਲੀ ਥੋੜ੍ਹੀ ਖੁੱਲ੍ਹ ਦਿੱਤੀ ਜਾ ਰਹੀ ਹੈ, ਪਰ ਇਹ ਇੱਕ ਬਹੁਤ ਵੱਡਾ ਮਸਲਾ ਇੱਕ ਦੇਸ਼ ਤੋਂ ਦੂਸਰੇ ਦੇਸ਼ ਵਿੱਚ ਐਂਟਰ ਕਰਨਾ ਆ। ਤੇ ਭਾਵੇਂ ਕਿ ਪਾਕਿਸਤਾਨ ਹੁਕੂਮਤ ਨੇ ਇਹ ਲਾਂਘਾ ਓਪਨ ਕਰ ਦਿੱਤਾ ਆ, ਖੋਲ੍ਹ ਦਿੱਤਾ ਆ, ਪਰ ਭਾਰਤ ਸਰਕਾਰ ਨੇ ਅਜੇ ਇਸ ਉੱਤੇ ਫੈਸਲਾ ਲੈਣਾ ਆ। ਸੋ ਜੁੜੇ ਰਹੋ ਅਕਾਲ ਚੈਨਲ ਦੇ ਨਾਲ।
ਕਰਤਾਰਪੁਰ ਕੋਰੀਡੋਰ ਜ਼ੀਰੋ ਲਾਈਨ ਉੱਤੇ ਆਪਾਂ ਗੱਲਬਾਤ ਕੀਤੀ ਸੀਗੀ ਬਾਬਾ ਕਸ਼ਮੀਰ ਸਿੰਘ ਜੀ ਦੇ ਨਾਲ, ਗੁਰਦੁਆਰਾ ਬਾਬਾ ਸਿੱਧ ਸੌਰ ਰੰਧਾਵਾ ਜੀ ਦੇ, ਜਿੱਥੇ ਉਹ ਸੇਵਾ ਨਿਭਾ ਰਹੇ ਨੇ ਆਪਣੀ। ਉੱਥੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਵੀਰ ਜੀ ਸਾਡੇ ਨਾਲ ਜੁੜੇ ਹੋਏ ਨੇ, ਸੀ ਉਹਨਾਂ ਨਾਲ ਵੀ ਰਾਬਤਾ ਕਾਇਮ ਕਰਦੇ ਹਾਂ, ਗੱਲਬਾਤ ਕਰਦੇ ਹਾਂ। ਔਰ ਜੋ ਮਾਹੌਲ ਸੀਗਾ ਸਿੱਖ ਸੰਗਤਾਂ ਦਾ ਕੋਵਿਡ-19 ਤੋਂ ਪਹਿਲਾਂ ਜਾਂ ਉਸ ਤੋਂ ਪਹਿਲਾਂ, ਜੋ ਜ਼ਿਕਰ ਕਰਦੇ ਹਾਂ ਅਸੀਂ ਕਿ ਕੋਰੀਡੋਰ ਦਾ ਜਦੋਂ ਉਦਘਾਟਨ ਹੁੰਦਾ ਆ ਉਸ ਵੇਲੇ ਦਾ, ਜਾਂ ਉਸ ਤੋਂ ਪਹਿਲਾਂ ਸਿੱਖ ਸੰਗਤਾਂ, ਸਿੱਖ ਸ਼ਰਧਾਲੂ ਦਰਸ਼ਨ ਕਰਨ ਦੇ ਵਾਸਤੇ ਆਉਂਦੇ ਸਨ, ਤਾਂ ਕਿਹੋ ਜਿਹਾ ਮਾਹੌਲ ਸੀ ਤੇ ਅੱਜ ਦੀ ਜਿਹੜੀ ਸਥਿਤੀ ਹੈ ਕੀ ਹੈਗੀ ਹੈ ਜੀ ਵੀਰ ਜੀ? ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਲੰਮੇ ਸਮੇਂ ਤੋਂ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹੋ ਬਤੌਰ ਗ੍ਰੰਥੀ ਸਿੰਘ। ਬਹੁਤ ਵੱਡਾ ਇੱਕ ਰੁਤਬਾ ਹੁੰਦਾ ਹੈ, ਬਹੁਤ ਵੱਡਾ ਅਹੁਦਾ ਆ, ਔਰ ਬਹੁਤ ਸਤਿਕਾਰਯੋਗ ਇੱਕ ਅਹੁਦਾ ਹੈਗਾ ਆ। ਅਸੀਂ ਪਹਿਲੇ ਤਾਂ ਇਹੀ ਜਾਣਨਾ ਚਾਹਾਂਗੇ ਕਿ ਜਦੋਂ ਕੋਰੀਡੋਰ ਦਾ ਉਦਘਾਟਨ ਨਹੀਂ ਹੋਇਆ ਸੀਗਾ ਜਾਂ ਇਹਨੂੰ ਖੋਲ੍ਹਣ ਬਾਰੇ ਕੋਈ ਵਿਚਾਰ ਚਰਚਾ ਨਹੀਂ ਹੋਈ ਸੀ, ਜਦੋਂ ਉੱਥੇ ਕਿਉਂਕਿ ਤੁਹਾਡਾ ਗੁਰਦੁਆਰਾ ਜਿਹੜਾ ਜਿੱਥੇ ਇਤਿਹਾਸਕ ਗੁਰਦੁਆਰਾ ਆ, ਇਹ ਬਿਲਕੁਲ ਜ਼ੀਰੋ ਲਾਈਨ ਦੇ ਉੱਤੇ ਹੈਗਾ ਆ, LOC ਦੇ ਉੱਪਰ, ਔਰ ਬਿਲਕੁਲ ਕੁਝ ਫੁੱਟ ਦੀ ਦੂਰੀ ਉੱਤੇ ਹੀ ਦੂਰਬੀਨ ਲੱਗੀ ਹੁੰਦੀ ਸੀ ਜਿੱਥੋਂ ਸਿੱਖ ਸੰਗਤਾਂ ਦਰਸ਼ਨ ਕਰਨ ਦੇ ਵਾਸਤੇ ਪਹੁੰਚਦੀਆਂ ਸਨ। ਉਸ ਵੇਲੇ ਸੰਗਤਾਂ ਦਾ ਝੁਕਾਅ ਜਾਂ ਕਿੰਨੀ ਕੁ ਵੱਡੀ ਗਿਣਤੀ ਵਿੱਚ ਸੰਗਤਾਂ ਉੱਥੇ ਪਹੁੰਚਦੀਆਂ ਸੀ? ਵਾਹਿਗੁਰੂ ਜੀ, ਉੱਥੇ ਸੰਗਤਾਂ ਦੇ ਪਹਿਲਾਂ ਜਦੋਂ ਕੋਰੀਡੋਰ ਨਹੀਂ ਸੀ ਬਣਿਆ, ਉਸ ਤੋਂ ਪਹਿਲਾਂ ਤੇ ਸੰਗਤ ਬਹੁਤ ਜ਼ਿਆਦਾ ਆਉਂਦੀ ਸੀ। ਹਾਂਜੀ ਹਾਂਜੀ, ਤੇ ਘੱਟ ਤੋਂ ਘੱਟ ਇੰਨਾ ਤੁਸੀਂ ਸਮਝੋ ਵੀ 1 ਕਿਲੋਮੀਟਰ ਲਾਈਨ ਸ਼ਨੀਵਾਰ ਐਤਵਾਰ ਇੰਨੀ ਕੁ ਲਾਈਨ ਗੱਡੀਆਂ ਜ਼ਿਆਦਾ ਕਾਰਾਂ ਆਉਂਦੀਆਂ ਸੀ ਵੀ 1 ਕਿਲੋਮੀਟਰ ਲੰਮੀ ਲਾਈਨ ਲੱਗ ਜਾਂਦੀ ਸੀ। ਹਾਂਜੀ ਹਾਂਜੀ, ਇਹ ਕੋਰੀਡੋਰ ਖੁੱਲ੍ਹਣ ਤੋਂ ਪਹਿਲਾਂ ਦੀ ਗੱਲ ਹੈ। ਤੇ ਇਹ ਜਿਹੜੀ ਇੱਥੇ ਇੱਕ ਅਰਦਾਸ ਹੋਇਆ ਕਰਦੀ ਸੀ, ਉਹ ਕਿਸ ਸਥਾਨ ਤੇ ਅਰਦਾਸ ਹੁੰਦੀ ਸੀ? ਤੇ ਉਹ ਕਿਹਾ ਜਾਂਦਾ ਵੀ ਹਰ ਮਹੀਨੇ ਸੰਗਰਾਂਦ ਵਾਲੇ ਦਿਨ ਨੂੰ ਅਰਦਾਸ ਕੀਤੀ ਜਾਂਦੀ ਸੀ। ਤੇ ਉਦੋਂ ਸੰਗਤਾਂ ਕੋਈ ਜ਼ਿਆਦਾ ਹੁੰਦਾ ਸੀ ਇਕੱਠ, ਜਾਂ ਉਦੋਂ ਨਾਰਮਲ ਹੁੰਦਾ ਸੀ? ਨਹੀਂ ਨਹੀਂ, ਮੱਸਿਆ ਵਾਲੇ ਦਿਨ ਅਰਦਾਸ ਕੀਤੀ ਜਾਂਦੀ ਸੀ। ਹਾਂਜੀ ਹਾਂਜੀ, ਮੱਸਿਆ ਵਾਲੇ ਦਿਨ ਹਰ ਮੱਸਿਆ ਤੇ ਕੁਲਦੀਪ ਸਿੰਘ ਵਡਾਲਾ, ਉਹਨਾਂ ਦੇ ਹੁਣ ਉਹਨਾਂ ਦੀ ਤੇ ਡੈਥ ਹੋ ਗਈ ਹੈ, ਤੇ ਉਹਨਾਂ ਦੇ ਸਪੁੱਤਰ ਆਉਂਦੇ ਸੀ ਹਰ ਮੱਸਿਆ ਵਾਲੇ ਦਿਨ। ਜਿੱਥੇ ਆਪਾਂ ਇਹ ਕੋਰੀਡੋਰ ਖਤਮ ਹੁੰਦਾ, ਜਿਹੜੀ ਨਵੀਂ ਸੜਕ ਬਣੀ ਆ ਜਿੱਥੇ ਹੁਣ ਬ੍ਰਿਜ ਦੇ ਲਾਗੇ, ਉੱਥੇ ਤੁਸੀਂ ਬੰਨ੍ਹ ਤੇ ਅਰਦਾਸ ਹੁੰਦੀ ਸੀ। ਫਿਰ ਲੰਗਰ ਪਾਣੀ ਦਾ ਪ੍ਰਬੰਧ ਉਹਨਾਂ ਦੇ ਬਾਬਾ ਜੀ ਦੇ ਗੁਰਦੁਆਰਾ ਬਾਬਾ ਸਿੱਧ ਸੌਰ ਰੰਧਾਵਾ ਜੀ ਦੇ ਸਥਾਨ ਤੇ ਹੁੰਦਾ ਸੀ। ਅਰਦਾਸ ਉੱਥੇ ਕਰਕੇ ਤੇ ਫਿਰ ਇਹ ਮਤਲਬ ਲੰਗਰ ਪਾਣੀ ਉੱਥੇ ਸਕਦੀ ਸੀ। ਬਿਲਕੁਲ, ਕਿਉਂਕਿ ਬੜੀ ਖੁਸ਼ੀ ਦੀ ਖਬਰ ਸੀਗੀ ਜਦੋਂ ਅਸੀਂ 550 ਸਾਲਾ ਪ੍ਰਕਾਸ਼ ਪੁਰਬ ਗੁਰੂ ਨਾਨਕ ਪਾਤਸ਼ਾਹ ਜੀ ਦਾ ਮਨਾ ਰਹੇ ਸੀਗੇ। ਤੇ ਇਹ ਬੜੀ ਵੱਡੀ ਖੁਸ਼ਖਬਰੀ ਸਮੁੱਚੇ ਸਿੱਖ ਜਗਤ ਵਾਸਤੇ ਸੀਗੇ, ਸੰਸਾਰ ਵਿੱਚ ਵਾਸਤੇ, ਨਾਨਕ ਨਾਮ ਲੈਵਾ ਸੰਗਤਾਂ ਦੇ ਵਾਸਤੇ, ਜਦੋਂ ਇਹ ਐਲਾਨ ਹੋਇਆ ਵੀ ਦੋਨੋਂ ਪਾਸੇ ਦੀਆਂ ਸਰਕਾਰਾਂ ਜਿਹੜੀਆਂ ਹੈਗੀਆਂ ਨੇ, ਹਕੂਮਤਾਂ ਨੇ, ਉਹ ਇਸ ਕੋਰੀਡੋਰ ਨੂੰ ਖੋਲ੍ਹਣ ਦੇ ਵਾਸਤੇ ਰਾਜ਼ੀ ਹੋ ਚੁੱਕੀਆਂ ਨੇ। ਤੇ ਹੌਲੀ ਹੌਲੀ ਸਮਾਂ ਬੀਤਦਾ ਗਿਆ ਤੇ 9 ਨਵੰਬਰ 2019 ਨੂੰ ਇਹ ਕੋਰੀਡੋਰ ਦਾ ਲਾਂਘਾ ਸਿੱਖ ਸੰਗਤਾਂ ਵਾਸਤੇ ਖੋਲ੍ਹ ਦਿੱਤਾ ਗਿਆ। ਤੇ ਉਹਦੇ ਨਾਲ ਇੱਕ ਇਫੈਕਟ ਇਹ ਵੀ ਪਿਆ ਬਈ ਉਹ ਸੜਕਾਂ ਅਲੱਗ-ਅਲੱਗ ਹੋ ਗਈਆਂ। ਉਸ ਤੋਂ ਬਾਅਦ ਜਿਹੜਾ ਸੰਗਤਾਂ ਦਾ ਝੁਕਾਅ ਸੀਗਾ ਜਾਂ ਸੰਗਤਾਂ ਦੀ ਗਿਣਤੀ ਵਿੱਚ ਕੋਈ ਫਰਕ ਪਿਆ? ਸੰਗਤਾਂ ਦੀ ਗਿਣਤੀ ਵਿੱਚ ਫਰਕ ਨਹੀਂ, ਸਗੋਂ ਵਾਧਾ ਹੋਇਆ ਸੀ। ਪਰ ਸੰਗਤ ਨਿਰਾਸ਼ ਵੀ ਜ਼ਿਆਦਾ ਹੋ ਕੇ ਜਾਂਦੀ ਸੀ, ਕਿਉਂਕਿ ਜਿਹੜੀ ਸੰਗਤ ਕੋਲ ਪਾਸਪੋਰਟ ਨਹੀਂ ਸੀ ਉਹ ਮਤਲਬ ਜ਼ਿਆਦਾ ਨਿਰਾਸ਼ ਹੋ ਕੇ ਜਾਂਦੀ ਸੀ। ਹਾਂਜੀ, ਇਸ ਚੀਜ਼ ਦਾ ਬੜਾ ਵੱਡਾ ਫਰਕ ਪਿਆ। ਫਿਰ ਇਹ ਕੋਰੀਡੋਰ ਜਿਹੜਾ ਬਣਿਆ, ਇਹ ਥੋੜ੍ਹੀ ਜਲਦੀ 'ਚ ਬਣਿਆ ਹੈ। ਟਾਈਮ ਘੱਟ ਹੋਣ ਦੇ ਕਰਕੇ ਇਹਨੂੰ ਥੋੜ੍ਹਾ ਜਿਹਾ ਜਲਦੀ 'ਚ ਬਣਿਆ ਹੈ। ਜਿਹੜੇ ਹੁਣ ਇਲਾਕੇ ਦੀ ਸੰਗਤ ਆਉਂਦੀ ਆ ਜਾਂ ਕਿੱਦਾਂ, ਜਿਸ ਲੈਵਲ 'ਤੇ ਮਤਲਬ ਸੈਂਟਰ ਸਰਕਾਰ ਨੇ ਖਰਚਾ ਕੀਤਾ, ਜੋ ਬਜਟ ਰੱਖਿਆ ਹੈ, ਮਤਲਬ ਸਾਡੀ ਸਿੱਖ ਸੰਗਤ ਵੀ ਸਮਝ ਲਓ ਜਾਂ ਲੋਕਲ ਸੰਗਤ ਨੂੰ ਵੀ ਮਤਲਬ ਮਹਿਸੂਸ ਹੁੰਦਾ ਹੈ ਉਸ ਲੈਵਲ ਦਾ ਕੰਮ ਨਹੀਂ ਹੋਇਆ। ਇਸ ਰੋਸ ਜ਼ਰੂਰ ਹੈਗਾ ਹੈ ਵੀ ਜਿਹੜੀ ਜਿੰਨਾ ਖਰਚਾ ਸੈਂਟਰ ਨੇ ਕੀਤਾ ਹੈ ਉਸ ਲੈਵਲ ਦਾ ਇਸ ਰੋਡ ਤੇ ਇੱਥੇ ਕੰਮ ਨਹੀਂ ਹੋ ਸਕਿਆ। ਬਿਲਕੁਲ, ਕਿਉਂਕਿ ਲਗਭਗ 177 ਕਰੋੜ ਦਾ ਬਜਟ ਸੀਗਾ ਕਰਤਾਰਪੁਰ ਕੋਰੀਡੋਰ ਸਾਹਿਬ ਦਾ, ਜੋ ਹਿੰਦੁਸਤਾਨ ਸਰਕਾਰ ਦੇ ਵੱਲੋਂ ਰੱਖਿਆ ਗਿਆ ਸੀਗਾ। ਕਿਹੜੀ ਵੱਡੀ ਦਿੱਕਤ ਤੁਸੀਂ ਸਮਝਦੇ ਹੋ ਬਈ ਜਿਹੜੀ ਇਸ ਵਕਤ ਆ ਰਹੀ ਹੈ ਕਿ ਜਿਹੜਾ ਇੰਨਾ ਖਰਚਾ ਕਰਨ ਦੇ ਬਾਵਜੂਦ, ਜਾਂ ਕਿਹੜੀਆਂ ਗੱਲਾਂ ਦਾ ਧਿਆਨ ਨਹੀਂ ਰੱਖਿਆ ਗਿਆ? ਮਤਲਬ ਵੇਖੋ, ਜਿੱਦਾਂ ਇਹ ਬਣਿਆ ਨਾ, ਇਹ ਥੋੜ੍ਹੀ ਜਿਹੀ ਬਰਸਾਤ ਹੁੰਦੀ ਹੈ ਤੇ ਤੁਹਾਨੂੰ ਮਤਲਬ ਇੱਥੇ ਇੰਨੀਆਂ ਕਿ ਜ਼ਿਆਦਾ ਮੁਸ਼ਕਲਾਂ ਆਉਂਦੀਆਂ ਨੇ ਵੀ ਕਿਤੇ ਨਾ ਕਿਤੇ ਸੜਕ ਰੁੜ ਜਾਂਦੀ ਹੈ। ਹਾਂਜੀ, ਮੈਂ ਤੁਹਾਨੂੰ ਹੁਣ ਵੀ ਦੱਸਦਾ ਵੀ ਇਸ ਸੜਕ ਦੇ ਵਿੱਚ ਮਤਲਬ 1 ਸਾਲ ਨਹੀਂ ਅਜੇ ਹੋਇਆ ਇਹਨੂੰ ਤਿਆਰ ਹੋਈ ਨੂੰ, ਤੇ ਜਿਹੜੀ ਮਤਲਬ ਇੰਨੇ ਕੁ ਪਾੜ ਪਏ ਨੇ, ਇੰਨੇ ਕੁ ਜ਼ਿਆਦਾ ਕੋਈ ਪਾਣੀ ਦੀ ਨਿਕਾਸੀ ਨਹੀਂ ਹੈ। ਠੀਕ ਹੈ ਜੀ, ਹਰ 10 ਕਿੱਲਿਆਂ ਦਾ ਪਾਣੀ ਇੱਕ ਪੁਲੀ ਦੇ ਵਿੱਚ ਪੈ ਰਿਹਾ ਹੈ। ਜਿਹੜਾ ਲਾਗੇ ਬੰਨੇ ਦਾ ਜ਼ਿਮੀਂਦਾਰ ਹੈ, ਅੱਗੇ ਥੋੜ੍ਹੀ ਜ਼ਮੀਨ ਹੈ, ਉਹਨਾਂ ਵਾਸਤੇ ਤੇ ਬਹੁਤ ਮੁਸ਼ਕਿਲ ਹੈ ਭਾਜੀ। ਹਾਂਜੀ, ਇਹ ਇੱਕ ਵੱਡੀ ਸਮੱਸਿਆ ਆ ਕਿ ਜਲਦਬਾਜ਼ੀ ਵਿੱਚ ਜਿਹੜਾ ਸੇਫਟੀ ਹੀ ਜਾਂ ਸੁਰੱਖਿਆ ਨੂੰ ਧਿਆਨ ਦੇ ਵਿੱਚ ਨਹੀਂ ਰੱਖਿਆ ਗਿਆ। ਖੈਰ ਵੀਰ ਜੀ, ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਸਿੱਖ ਸੰਗਤਾਂ ਬਹੁਤ ਵੱਡੀ ਗਿਣਤੀ ਵਿੱਚ ਆਉਣ ਲੱਗ ਪਈਆਂ, ਸੰਗਤਾਂ ਨਿਰਾਸ਼ ਵੀ ਹੁੰਦੀਆਂ ਸੀ ਕਿਉਂਕਿ ਪਾਸਪੋਰਟ ਦੀ ਸ਼ਰਤ ਵਿੱਚ ਲੱਗੀ ਹੋਈ ਸੀਗੀ। ਪਰ ਉਸ ਤੋਂ ਬਾਅਦ 16 ਮਾਰਚ ਤੋਂ ਇਹ ਕੋਰੀਡੋਰ ਮੁੜ ਤੋਂ ਬੰਦ ਹੋ ਜਾਂਦਾ ਹੈ ਕਰੋਨਾ ਵਾਇਰਸ ਦੇ ਕਰਕੇ, ਕਰੋਨਾ ਮਹਾਂਮਾਰੀ ਦੇ ਕਰਕੇ। ਔਰ ਉਸ ਤੋਂ ਬਾਅਦ ਉਹਦੇ ਨਾਲ ਕਿਉਂਕਿ ਲੋਕਡਾਊਨ ਸੀਗਾ, ਨਾਲ ਦੀ ਨਾਲ ਕਰਫਿਊ ਵੀ ਲਗਾ ਦਿੱਤਾ ਗਿਆ ਤਾਂ ਕਿ ਲੋਕ ਘਰਾਂ ਵਿੱਚੋਂ ਬਾਹਰ ਨਾ ਨਿਕਲਣ। ਉਸ ਤੋਂ ਬਾਅਦ ਦੀ ਜਿਹੜੀ ਸਥਿਤੀ ਜਾਂ ਹੁਣ ਤੱਕ ਦੀ ਸਥਿਤੀ ਹੈ ਉਹ ਕਿਹੋ ਜਿਹੀ? ਮਤਲਬ 2 ਮਹੀਨੇ ਤੇ ਬਿਲਕੁਲ ਇੱਕਦਮ ਬੰਦ ਰਿਹਾ ਸੀ। ਮੈਂ ਹੀ ਜਾਂਦਾ ਸੀ ਨਿਤਨੇਮ ਕਰਨ ਸਵੇਰੇ,
ਤੇ ਸ਼ਾਮ ਨੂੰ ਮਤਲਬ ਰਹਿਰਾਸ ਕਰਕੇ ਸੁੱਖ ਆਸਣ ਕਰਕੇ ਆ ਜਾਂਦਾ ਸੀ। ਹੋਰ ਕਿਸੇ ਨੂੰ ਜਾਣ ਦੀ ਅਲਾਉਡ ਨਹੀਂ ਸੀ, ਕਿਉਂਕਿ ਬੀਐਸਐਫ ਦੀ ਪੋਸਟ ਪਹਿਲਾਂ ਆਉਂਦੀ ਹੈ। ਇੱਥੇ ਬਿਲਕੁਲ ਪਾਬੰਦੀ ਲੱਗੀ ਹੋਈ ਸੀ ਵੀ ਕੋਈ ਵੀ ਅੱਗੇ ਨਹੀਂ ਜਾ ਸਕਦਾ। ਪਰ ਹੁਣ ਕੁਝ 1 ਮਹੀਨੇ ਤੋਂ ਥੋੜਾ ਸੰਗਤ, ਕੁਝ ਮਤਲਬ ਸਮਝੋ ਵੀ ਕੋਈ 5-4 ਗੱਡੀਆਂ ਥੋੜਾ ਕਰਕੇ ਸੰਗਤ ਦਾ ਥੋੜਾ ਜਿਹਾ ਰੁਝਾਨ ਹੋਇਆ, ਥੋੜੀ ਚਾਲੂ ਹੋਈ ਹੈ। ਪਰ ਅਜੇ ਵੀ ਮਤਲਬ ਜਿਸ ਲੈਵਲ ਤੇ ਪਹਿਲਾਂ ਸੀ ਉਸ ਤੋਂ ਤੇ ਬਹੁਤ ਜ਼ਿਆਦਾ ਘੱਟ ਸੰਗਤ ਜਾ ਰਹੀ ਹੈ। ਬਿਲਕੁਲ, ਕਿਉਂਕਿ ਹਾਲ ਦੇ ਵਿੱਚ ਹੀ 29 ਜੂਨ ਤੋਂ ਪਾਕਿਸਤਾਨ ਸਰਕਾਰ ਨੇ ਮੁੜ ਤੋਂ ਆਪਣੇ ਵਾਲੇ ਪਾਸਿਓਂ ਇਹ ਲਾਂਘਾ ਜਿਹੜਾ ਖੋਲ੍ਹ ਦਿੱਤਾ ਗਿਆ ਆ। ਭਾਰਤ ਸਰਕਾਰ ਵੀ ਸ਼ਾਇਦ ਛੇਤੀ ਇਸ ਬਾਬਤ ਫੈਸਲਾ ਜਿਹੜਾ ਲਵੇਗੀ। ਕੋਰੀਡੋਰ ਖੁੱਲ੍ਹਣ ਤੋਂ ਬਾਅਦ ਵੀ ਜਿਹੜੀ ਦੂਰਬੀਨ ਉੱਥੇ ਸਥਾਪਿਤ ਰਹੀ ਕਿ ਜਾਂ ਉਹਨੂੰ ਫਿਰ ਬਾਅਦ ਵਿੱਚ ਚੁੱਕ ਦਿੱਤਾ ਗਿਆ ਸੀ? ਨਹੀਂ, ਉਹਨੂੰ ਬਾਅਦ ਵਿੱਚ ਚੁੱਕ ਦਿੱਤਾ ਗਿਆ ਸੀ, ਕਿਉਂਕਿ ਉਹ ਨਾ ਸੰਗਤ ਜ਼ਿਆਦਾ ਆਉਂਦੀ ਸੀ ਤੇ ਜ਼ਿਆਦਾ ਹੋਣ ਕਰਕੇ ਉਹ ਕੁਝ ਸੰਗਤ ਦੀ ਵੀ ਖੋਹ ਮਾਈ ਦਾ ਕਰਕੇ ਉਹ ਥੋੜੀ ਉਹਦੀ ਸੈਟਿੰਗ ਵਿਗੜ ਜਾਂਦੀ ਸੀ। ਤੇ ਬੀਐਸਐਫ ਦੇ ਮੁਲਾਜ਼ਮ ਤੇ ਪੁਲਿਸ ਮੁਲਾਜ਼ਮ ਵੀ ਲੱਗੇ ਹੋਏ ਸੀ, ਪਰ ਉਹ ਸੰਗਤ ਜ਼ਿਆਦਾ ਹੋਣ ਕਰਕੇ ਉਹਦੀ ਸੈਟਿੰਗ ਸਹੀ ਨਹੀਂ ਸੀ ਹੁੰਦੀ। ਫਿਰ ਇਦਾਂ ਹੀ ਸੰਗਤ ਦਰਸ਼ਨ ਕਰਕੇ ਵਾਪਸ ਆਉਂਦੀ ਸੀ। ਬਿਲਕੁਲ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜੀ, ਅੱਜ ਜ਼ੀਰੋ ਲਾਈਨ ਤੋਂ ਖਾਸ ਰਿਪੋਰਟ ਲੈ ਕੇ ਅਕਾਲ ਚੈਨਲ ਦੀ ਟੀਮ ਜਿਹੜੀ ਹੈ ਸਵੇਰ ਤੋਂ ਚੱਲੀ ਹੋਈ ਹੈ, ਕਿਉਂਕਿ 29 ਜੂਨ ਨੂੰ ਜਿਹੜਾ ਆ 27 ਜੂਨ ਨੂੰ ਐਲਾਨ ਕੀਤਾ ਗਿਆ ਸੀ ਤੇ 29 ਜੂਨ ਤੋਂ ਕਰਤਾਰਪੁਰ ਦਾ ਲਾਂਘਾ ਪਾਕਿਸਤਾਨ ਹਕੂਮਤ ਵੱਲੋਂ ਜਾਂ ਪਾਕਿਸਤਾਨ ਵਾਲੇ ਪਾਸੇ ਤੋਂ ਖੋਲ੍ਹ ਦਿੱਤਾ ਗਿਆ ਆ। ਭਾਰਤ ਸਰਕਾਰ ਵੱਲੋਂ ਅਜੇ ਦੇ ਬਾਬਤ ਫੈਸਲਾ ਲਿਆ ਜਾਣਾ ਆ। ਦੇਖਦੇ ਹਾਂ ਕੀ ਫੈਸਲਾ ਲਿਆ ਜਾਂਦਾ ਤੇ ਕਦੋਂ ਤੋਂ ਇਹ ਲਾਂਘਾ ਮੁੜ ਤੋਂ ਖੁੱਲ੍ਹਦਾ ਹੈ ਤੇ ਜਿਹੜੀ ਪਾਸਪੋਰਟ ਦੀ ਸ਼ਰਤ ਦੀ ਗੱਲ ਹੈ ਉਹਦੇ ਉੱਤੇ ਮੁੜ ਤੋਂ ਵਿਚਾਰ ਹੁੰਦੀ ਹੈ ਕਿ ਨਹੀਂ ਹੁੰਦੀ। ਇਹ ਜਿਹੜਾ ਸਵਾਲਾਂ ਦੇ ਜਵਾਬ ਜਿਹੜੇ ਨੇ ਆਉਣ ਵਾਲਾ ਸਮਾਂ ਸਾਨੂੰ ਦੱਸੇਗਾ। ਸੋ ਦੋਸਤੋ, ਹਰ ਦਿਨ ਦੀ ਅਪਡੇਟ ਦੇ ਵਾਸਤੇ ਤੇ ਸਾਡੇ ਇਸ ਪ੍ਰੋਗਰਾਮ ਦੇ ਵਾਸਤੇ ਧੰਨਵਾਦ। ਤੁਸੀਂ ਜੁੜੇ ਹੁੰਦੇ ਹੋ ਸਾਡੇ ਚੈਨਲ ਦੇ ਨਾਲ ਤੇ ਹਮੇਸ਼ਾ ਇਸੇ ਤਰ੍ਹਾਂ ਤੁਹਾਡਾ ਸਹਿਯੋਗ ਤੇ ਸਾਥ ਮਿਲਦਾ ਰਹੇ ਤੇ ਅਸੀਂ ਹੋਰ ਵੀ ਜਿਹੜੀ ਲੇਟੈਸਟ ਜਾਣਕਾਰੀ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਹੀਏ। ਸੋ ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।